ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਜਦੋਂ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਇਹ ਬਿਆਨ ਆਉਣਾ ਕਿ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ, ਇਹ ਸੰਵਿਧਾਨਕ ਹੈ ਕਿ ਗੈਰ ਸੰਵਿਧਾਨਕ ਹੈ, ਇਸ ਸਭ ਦੇ ਉੱਤੇ ਅਸੀਂ ਚਰਚਾ ਕਰਾਂਗੇ। ਜਦੋਂ ਇੱਕ ਪਾਸੇ ਚੀਨ ਜਿਹੜਾ ਉਹ ਪਿੱਛੇ ਹਟਣ ਦੇ ਲਈ ਤਿਆਰ ਨਹੀਂ, ਚੀਨੀ ਫੌਜਾਂ ਜਿਹੜੀਆਂ ਨੇ ਉਹ ਲਗਾਤਾਰ ਇੱਕ ਗੱਲਬਾਤ ਦੀ ਵਾਰਤਾ ਜਿਹੜੀ ਹੈ ਦੋਨਾਂ ਪਾਸਿਆਂ ਤੋਂ ਚੱਲ ਰਹੀ ਹੈ, ਪਰ ਉਹ ਸਿਰੇ ਨਹੀਂ ਚੜ ਰਹੀ, ਨਾ ਉਹ ਪਿੱਛੇ ਹਟਦੇ ਨੇ ਤੇ ਨਾ ਹੀ ਕਿਸੇ ਗੱਲ ਨੂੰ ਧਨ ਪੱਤਨ ਲਾਇਆ ਜਾਂਦਾ। ਤੇ ਦੂਜੇ ਪਾਸੇ ਜਦੋਂ ਮੁਲਕ ਦੇ ਅੰਦਰ ਦੇ ਹਾਲਾਤ ਦੀ ਗੱਲ ਕਰੀਏ, ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਲੈ ਕੇ ਧਾਰਾ 370 ਤੋੜਨ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਨੇ, ਉਤੋਂ ਨਾਲ ਨਾਲ ਜਿਹੜੀਆਂ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ, ਇਹਨਾਂ ਨੇ ਖੇਤੀ ਕਾਨੂੰਨ ਲਿਆਂਦੇ, ਫਿਰ ਉਸ ਉੱਤੇ ਬੈਕਫੁੱਟ ਤੇ ਜਾਣਾ ਪਿਆ। ਉਸ ਤੋਂ ਪਹਿਲਾਂ ਜਿਹੜੀ ਨੋਟਬੰਦੀ ਕੀਤੀ ਗਈ, ਇਹ ਸਾਰਾ ਕੁਝ ਜਿਹੜਾ ਜਦੋਂ ਵਾਪਰਦਾ ਆ ਤਾਂ ਇੱਕ ਦੇਸ਼ ਇੱਕ ਚੋਣ ਕਿੱਥੇ ਸਟੈਂਡ ਕਰਦਾ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ ਬਹੁਤ। ਡਾਕਟਰ ਸਾਹਿਬ, ਇਸ ਪਿੱਛੇ ਬੀਜੇਪੀ ਦੀ ਮਨਸ਼ਾ ਕੀ ਦੇਖੀ ਜਾਵੇ? ਦੇਖੋ, ਆਪਾਂ ਮਨਸ਼ਾ ਕਹਿਣ ਦੀ ਬਜਾਏ ਨਾ ਪਹਿਲਾ ਸਵਾਲ ਅਸੀਂ ਇਹ ਸਮਝ ਕੇ ਚੱਲੀਏ ਕਿ ਜਦ ਇਹ ਕਿਹਾ ਜਾਂਦਾ ਹੈ ਕਿ ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਵੋਟ, ਇੱਕ ਦੇਸ਼ ਇੱਕ ਨਾਗਰਿਕ, ਇੱਕ ਦੇਸ਼ ਇੱਕ ਪਛਾਣ, ਇੱਕ ਦੇਸ਼ ਇੱਕ ਟਿਕਟ, ਇੱਕ ਦੇਸ਼ ਇੱਕ ਬੋਲੀ, ਇਹ ਸਾਰਾ ਕੁਝ ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਅੰਡਰ ਹੈ। ਪਰ ਦੇਖਣ ਨੂੰ ਇਹ ਬੜਾ ਚੰਗਾ ਲੱਗਦਾ ਹੈ। ਜੇ ਪਹਿਲੀ ਨਜ਼ਰੇ ਅਸੀਂ ਦੇਖੀਏ, ਕਹਿੰਦੇ ਯਾਰ ਜਾਂਦੇ ਹਾਂ ਆਪਾਂ ਬਾਹਰ, ਉੱਥੇ ਆਵਾਜ਼ ਹੀ ਨਹੀਂ ਪਸੰਦ ਆਉਂਦੀ, ਬੋਲੀ ਨਹੀਂ ਪਤਾ ਲੱਗਦਾ, ਉੱਥੋਂ ਚਿੱਠੀ ਆਉਂਦੀ ਉਹ ਪੜ੍ਹੀ ਨਹੀਂ ਜਾਂਦੀ, ਜੇ ਇੱਕ ਹੋ ਜੇ ਤਾਂ ਬਹੁਤ ਚੰਗਾ ਹੈ। ਜਿੱਥੇ ਜਾਵਾਂਗੇ ਇੱਕ ਕਾਰਡ ਦਿਖਾ ਦਾਂਗੇ, ਆਪਣੀ ਆਇਡੈਂਟੀਟੀ ਹੋ ਜੂਗੀ। ਐਵੇਂ ਸਾਨੂੰ ਖਰਾਬ ਕਰਦੇ ਨੇ। ਜੇ ਚੋਣਾਂ ਇਕੱਠੀਆਂ ਹੁੰਦੀਆਂ ਨੇ, ਹੁਣ ਵਾਰ-ਵਾਰ ਰੋਜ਼ ਹੀ ਚੋਣਾਂ ਹੋਈ ਜਾਂਦੀਆਂ ਨੇ, ਜੇ ਇਕੱਠੀਆਂ ਹੋ ਜਾਣ ਤਾਂ ਬਹੁਤ ਅੱਛਾ ਹੈ। ਸੋ ਇਹ ਦੇਖਣ ਨੂੰ ਬਹੁਤ ਹੀ ਮਨ ਲੁਭਾਵਣਾ ਅਤੇ ਬਹੁਤ ਹੀ ਸੌਖਾ ਲੱਗਦਾ ਹੈ। ਪਰ ਜਦ ਅਸੀਂ ਇਸ ਦਾ ਇਤਿਹਾਸ ਬਿਨਾਂ ਦੇਖੇ ਗੱਲ ਕਰਾਂਗੇ, ਜਦ ਵੀ ਕੋਈ ਚੀਜ਼ ਤੁਸੀਂ ਲੁਕਾਉਣੀ ਹੋਵੇ ਤਾਂ ਤੁਸੀਂ ਉਹਦਾ ਇਤਿਹਾਸ ਦੱਬ ਦਿਓ, ਉਹਦੇ ਇਤਿਹਾਸ ਨੂੰ ਸਾਹਮਣੇ ਨਾ ਆਉਣ ਦਿਓ, ਤੁਸੀਂ ਹਕੀਕਤ ਨੂੰ ਵੀ ਸਾਹਮਣੇ ਨਾ ਆਉਣ ਦਿਓ। ਇੱਕ ਬਿਆਨਬਾਜ਼ੀ, ਨਾਅਰੇਬਾਜ਼ੀ ਜਿਹਨੂੰ ਕਹਿੰਦੇ ਆ, ਇੱਕ ਨਾਅਰੇਬਾਜ਼ੀ ਸ਼ੁਰੂ ਕਰੋ। ਹੁਣ ਜੇ ਅਸੀਂ ਹਕੀਕਤ ਦੇਖੀਏ, ਜਿੱਦਣ ਦਾ ਦੇਸ਼ ਆਜ਼ਾਦ ਹੋਇਆ ਹੈ, ਤੁਸੀਂ ਮੰਨੋਗੇ ਵੀ ਪੈਪਸੂ ਅਤੇ ਕੋਚੀਨ ਅਤੇ ਟਰਾਵਨਕੋਰ ਦੀਆਂ ਅਸੈਂਬਲੀਆਂ ਦੇ ਵਿੱਚ 1949, 1951 ਅਤੇ 1954 'ਚ 3 ਵਾਰੀ ਚੋਣ ਹੋਈ। ਟਰਮ ਤਾਂ ਉਹਨਾਂ ਦੀ ਵੀ 5 ਸਾਲ ਦੀ ਸੀ। ਸਰਕਾਰਾਂ ਵੀ ਟੁੱਟੀਆਂ। ਗਿਆਨ ਸਿੰਘ ਰਾੜੇ ਵਾਲੇ ਦੀ ਸਰਕਾਰ ਟੁੱਟੀ। ਇੱਕ ਕਾਂਗਰਸੀ ਸਰਕਾਰ ਇੱਕ ਦਿਨ ਰਹੀ ਸੀ, ਸਿਰਫ ਇੱਕ ਦਿਨ 1952 'ਚ, ਅਤੇ ਫਿਰ ਨਾਲ ਦੀ ਨਾਲ ਟੁੱਟ ਕੇ ਅਕਾਲੀਆਂ ਦੀ ਅਤੇ ਹੋਰਾਂ ਦੀ ਰਲ ਕੇ ਬਣ ਗਈ ਸੀ। ਸੋ ਇਹ ਕਹਿਣਾ, ਜੇ ਅਸੀਂ ਦੇਖੀਏ ਵੀ ਜਿੱਦਣ ਦੇਸ਼ ਆਜ਼ਾਦ ਹੋਇਆ ਸੀ, ਇੱਕ ਚੋਣ ਤਾਂ ਉਦੋਂ ਨਹੀਂ ਹੋ ਸਕੀ, ਕਿਉਂਕਿ ਜਦ ਇੱਕ ਅਸੈਂਬਲੀ ਟੁੱਟ ਜਾਂਦੀ ਹੈ, ਸੰਵਿਧਾਨ ਦੀ ਧਾਰਾ 172 ਕਹਿੰਦੀ ਹੈ ਵੀ ਜਿੱਦਾਂ ਵੀ ਕੋਈ ਅਸੈਂਬਲੀ ਦੇ 5 ਸਾਲ ਹੋ ਜਾਣ, ਆਪਣੇ ਆਪ ਉਹ ਡਿਜ਼ੋਲਵ ਹੋ ਜਾਏਗੀ। 168 ਤੋਂ ਲੈ ਕੇ 174 ਤੱਕ ਇਹ ਅਸੈਂਬਲੀਆਂ ਨਾਲ ਸੰਬੰਧਿਤ ਗੱਲ ਹੈ। ਦੂਜੀ ਗੱਲ, ਜੇ ਉਹ ਕੋਈ ਐਮਰਜੈਂਸੀ ਹੋਵੇ ਤਾਂ 1 ਸਾਲ ਵਾਸਤੇ ਐਕਸਟੈਂਡ ਕਰੀ ਜਾ ਸਕਦੀ ਹੈ। ਪਰ ਜੇ ਆਪੇ ਡਿਜ਼ੋਲਵ ਹੋ ਜਾਣੀ ਹੈ, ਅਨਲੈਸ ਅੰਟਿਲ, ਜਦ ਤੱਕ ਉਹ ਪਹਿਲਾਂ ਡਿਜ਼ੋਲਵ ਨਾ ਕਰੀ ਗਈ ਹੋਵੇ। ਸੋ ਜੇ ਪਹਿਲਾਂ ਡਿਜ਼ੋਲਵ ਕਰਤੀ ਜਾਂ ਟੁੱਟ ਗਈ, ਬਹੁਮਤ ਤਾਂ ਚਾਹੀਦਾ ਨਾ। ਹੁਣ ਜੇ ਕਾਂਗਰਸ ਵਾਲੇ ਇੱਥੇ ਰੌਲਾ ਨਹੀਂ ਪੈ ਰਹੇ ਸੀ ਗਵਰਨਰ ਰੂਲ ਲੱਗ ਸਕਦਾ, ਜੇ ਫਰਜ਼ ਕਰੋ ਬਹੁਮਤ ਦਾ ਚੱਕਰ ਪੈ ਜਾਂਦਾ ਤਾਂ ਰੂਲ ਲੱਗਦਾ ਗਵਰਨਰ। ਵਾਜਪਾਈ ਸਾਹਿਬ ਦੀ ਸਰਕਾਰ ਟੁੱਟੀ ਨਹੀਂ ਸੀ 13 ਦਿਨਾਂ ਬਾਅਦ, ਫਿਰ 13 ਮਹੀਨਾ ਬਾਅਦ ਟੁੱਟੀ ਸੀ। ਦੇਵੇ ਗੌਡਵਾ ਦੀ ਸਰਕਾਰ ਟੁੱਟੀ ਨਹੀਂ ਸੀ। ਜੇ ਆਪਾਂ ਦੇਖੀਏ 1978 ਦੇ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਟੁੱਟੀ ਸੀ। ਇਹ ਠੀਕ ਹੈ, ਚੋਣ ਨਹੀਂ ਹੋਣੀ ਪਈ, ਅਤੇ ਫਿਰ ਚਰਨ ਸਿੰਘ ਦੀ ਸਰਕਾਰ ਟੁੱਟੀ। ਚਰਨ ਸਿੰਘ ਦੀ ਸਰਕਾਰ ਟੁੱਟਣ ਤੋਂ ਬਾਅਦ ਚੋਣ ਨਹੀਂ ਕਰਨੀ ਪਈ 3 ਸਾਲਾਂ ਬਾਅਦ ਹੀ। ਸੋ ਪਹਿਲੀ ਗੱਲ ਇਹ ਕਹਿਣਾ ਵੀ ਇਹ ਅਸੀਂ ਇੱਕੋ ਕਰ ਵੀ ਲਵਾਂਗੇ, ਤੁਸੀਂ ਇੱਕ ਮੰਨ ਲਓ ਵੀ ਇੱਕ ਵਾਰੀ ਤੁਸੀਂ ਚੋਣ ਕਰ ਵੀ ਦਿੱਤੀ, ਤੁਸੀਂ ਉਹਦੀਆਂ ਹਾਲਤਾਂ ਨੂੰ ਕਿਵੇਂ ਬਦਲੋਗੇ? ਕਿਉਂਕਿ ਅਸੈਂਬਲੀਆਂ ਵਾਰ-ਵਾਰ ਟੁੱਟਦੀਆਂ ਨੇ। ਇਹ ਬੀਜੇਪੀ ਖੁਦ ਹੀ ਮੁੱਲ ਲੈ ਕੇ MLA ਤੋੜਦੀ ਹੈ ਅਸੈਂਬਲੀਆਂ। ਜਦੋਂ ਅਸੈਂਬਲੀ ਟੁੱਟੀ ਗਈ ਤਾਂ ਦੁਬਾਰਾ ਚੋਣ ਤਾਂ ਹੋਣੀ ਹੋਣੀ ਆ, ਇਕੱਠੀ ਕਿਵੇਂ ਹੋ ਜੂਗੀ? ਜਿੱਦਾਂ ਚੋਣ ਹੋ ਗਈ ਉਹਦੀ ਫਿਰ 5 ਸਾਲ ਰਹਿਣਾ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਤੌਰ ਤਰੀਕਾ ਹੈ ਕਿ ਜੀ ਇੱਕ ਚੋਣ ਹੋਊਗੀ, ਇੱਕ ਕਰਾਂਗੇ, ਉਹ ਸਿਰਫ ਇਸ ਵਾਸਤੇ ਹੈ ਕਿ ਲੋਕਾਂ ਨੂੰ ਇੱਕ ਵਾਰੀ ਭਰਮਾ ਕੇ ਵੋਟਾਂ ਲੈ ਲਓ, 5 ਸਾਲ ਉਹਨਾਂ ਦੀ ਗੱਲ ਨਾ ਪੁੱਛੀ ਜਾਵੇ, ਉਹਨਾਂ ਨੂੰ ਗੱਲ ਕਹਿਣੀ ਨਾ ਪਵੇ। ਦੇਖਣ ਵਾਲਾ ਜਿਹੜਾ ਦੂਜਾ ਤਬਕਾ ਹੈ, ਜਿਹੜਾ ਮਿਡਲ ਕਲਾਸ ਹੈ, ਜਿਹਦੇ ਕੋਲ ਪੈਸਾ ਵੀ ਚੰਗਾ ਹੈ, ਜਿਹਨੂੰ ਸਾਰੇ ਬੈਨੀਫਿਟ ਮਿਲੋ, ਕਹਿੰਦਾ ਹਾਂ ਯਾਰ ਇਹ ਮੁਫਤ ਦੇਈ ਜਾਂਦੇ ਨੇ, ਮੁਫਤ ਖੋਰੀਆਂ ਦੇਈ ਜਾਂਦੇ ਨੇ ਹਰ ਚੋਣ ਵੇਲੇ, ਇਹ ਤਾਂ ਘੱਟੋ ਘੱਟ ਬੰਦ ਹੋਣਗੀਆਂ। ਦੇਖਣ ਨੂੰ ਐਂ ਲੱਗਦਾ, ਸੋਹਣਾ ਵੀ ਲੱਗਦਾ, ਠੀਕ ਵੀ ਲੱਗਦਾ। ਪਰ ਇੱਕ ਸਵਾਲ ਇਹਨਾਂ ਕੋਲ ਇਹ ਹੈ ਵੀ ਜਿਹੜੀਆਂ 5 ਅਸੈਂਬਲੀਆਂ ਦੀਆਂ ਚੋਣਾਂ ਹੋ ਰਹੀਆਂ ਨੇ, ਉਹਨਾਂ 'ਚੋਂ ਗੋਆ ਅਤੇ ਮਣੀਪੁਰ ਤਾਂ ਆਪਾਂ ਦੇਖ ਹੀ ਲਈਏ, ਕਿੰਨੀ ਕੁ ਹੈ ਮਣੀਪੁਰ ਤਾਂ,
ਤੇ ਉੱਤਰਾਖੰਡ ਵੀ 1 ਕਰੋੜ 33 ਲੱਖ ਦੀ ਆਬਾਦੀ ਹੈ ਸਾਰੀ, 1 ਕਰੋੜ ਦੀ ਰਾਦਰ। ਤੇ ਜਿਹੜਾ ਹੈਗਾ ਆਪਣਾ ਪੰਜਾਬ 'ਚ ਹੀ ਹੈ ਨਾ ਆਬਾਦੀ, ਤਾਂ 2 ਕਰੋੜ 2.25 ਕਰੋੜ ਵੋਟ, ਤੇ ਜਾਂ ਯੂਪੀ 'ਚ ਹੈ। ਇਹਨਾਂ ਚੋਣਾਂ ਨੂੰ ਇਹਨਾਂ ਨੇ 20 ਫਰਵਰੀ ਤੋਂ ਲੈ ਕੇ ਕਰਨਾ ਸੀ। ਜੇ ਆਪਾਂ ਡੈਕਲੇਰੇਸ਼ਨ ਦੀ ਗੱਲ ਲਈਏ ਤਾਂ ਡੈਕਲੇਰੇਸ਼ਨ ਤੋਂ ਲੈ ਕੇ ਇਹਨਾਂ ਨੂੰ 2 ਮਹੀਨੇ ਤੇ 5 ਦਿਨ ਲੱਗਣੇ ਸੀ ਰਿਜ਼ਲਟ ਕੱਢਣ ਤੱਕ, 10 ਤਰੀਕ ਤੱਕ। 10 ਨੂੰ ਕਾਊਂਟਿੰਗ ਸ਼ੁਰੂ ਹੋਣੀ ਸੀ, 1-2 ਦਿਨਾਂ ਚਲੋ ਹੋ ਜਾਂਦੀ। ਸੋ ਜੇ 2.25 ਮਹੀਨੇ ਇਹ 5 ਰਾਜਾਂ ਦੀਆਂ ਚੋਣਾਂ ਕਰਾਉਣ, ਜੇ ਬੰਗਾਲ ਦੀ ਚੋਣ ਦੇ ਵਿੱਚ 6-7 ਗੇੜਾਂ 'ਚ ਚੋਣ ਕਰਾਉਣੀ ਪੈ ਰਹੀ ਹੈ, ਸਿਰਫ ਇੱਕ ਅਸੈਂਬਲੀ ਦੀ ਚੋਣ, ਤਾਂ ਇਹ ਕਿਵੇਂ ਕਹਿੰਦੇ ਨੇ ਵੀ ਅਸੀਂ ਪਾਰਲੀਮੈਂਟ ਦੀ ਵੀ ਸਾਰੀਆਂ ਅਸੈਂਬਲੀਆਂ ਦੀ ਇਕੱਠੀ ਕਰਾ ਦਾਂਗੇ? ਕਿਉਂਕਿ ਪਾਰਲੀਮੈਂਟ ਦੀ ਤਾਂ ਇਕੱਠੀ ਹੋਣੀ ਹੈ ਨਾ ਚੋਣ, ਤੇ ਅਸੈਂਬਲੀਆਂ ਦੀ ਵੱਖ-ਵੱਖ ਹੋਣੀ ਹੈ। ਇੱਕ ਗੱਲ ਆਪਾਂ ਇਹ ਮੰਨ ਕੇ ਚੱਲੀਏ। ਸੋ ਤੁਸੀਂ ਇਕੱਠੀਆਂ ਕਰ ਨਹੀਂ ਸਕਦੇ, ਇਹ ਸੰਭਵ ਹੀ ਨਹੀਂ ਹੈ, ਪ੍ਰੈਕਟੀਕਲੀ ਅਮਲ ਦੇ ਤੌਰ ਤੇ ਸੰਭਵ ਨਹੀਂ ਹੈ, ਤੇ ਨਾ ਇਹ ਇਤਿਹਾਸ ਦੇ ਤੌਰ ਤੇ ਸੰਭਵ ਹੈ। ਮੈਂ ਪਹਿਲਾਂ ਦੱਸਿਆ 1957 'ਚ ਕੇਰਲਾ ਸਰਕਾਰ ਬਣੀ, 1961 ਤੋੜਤੀ। ਪੰਡਿਤ ਨਹਿਰੂ ਦੀ ਸਰਕਾਰ ਸੀ ਕੇਂਦਰ 'ਚ, ਉਹਨਾਂ ਨੇ ਤੋੜਤੀ। ਇੰਦਰਾ ਗਾਂਧੀ ਪ੍ਰਧਾਨ ਸੀ ਕਾਂਗਰਸ ਦੀ, ਫਿਰ ਉੱਥੇ ਚੋਣ ਹੋਈ। ਇੱਦਾਂ ਹੀ 1967 ਦੇ ਵਿੱਚ ਪੰਜਾਬ ਦੇ ਵਿੱਚ 4 ਵਾਰੀ ਅਸੈਂਬਲੀ ਟੁੱਟੀ। ਪਹਿਲਾਂ ਗੁਰੂ ਨਾਨਕ ਸਿੰਘ ਦੀ ਸਰਕਾਰ ਬਣੀ, ਫਿਰ ਲਛਮਣ ਸਿੰਘ ਗਿੱਲ ਦੀ ਬਣੀ, ਫਿਰ ਦੁਬਾਰਾ ਗੁਰੂ ਨਾਨਕ ਸਿੰਘ ਦੀ ਬਣੀ, ਫਿਰ ਬਾਦਲ ਸਾਹਿਬ ਨੇ ਸਰਕਾਰ ਬਣਾਈ। 1969 ਦੇ ਵਿੱਚ 67 ਦੇ ਵਿੱਚ ਪਹਿਲਾਂ ਕਾਂਗਰਸ ਜਿਹੜੀ ਸੀ ਉਹ ਆਮ ਤੌਰ ਤੇ ਸੂਬਿਆਂ 'ਚ ਵੀ ਤੇ ਸਟੇਟਾਂ 'ਚ ਵੀ ਰਾਜ ਕਰਦੀ ਸੀ। ਪਹਿਲੀ ਵਾਰੀ ਹੋਇਆ ਕਿ 1969 'ਚ ਜਦ ਨਵੇਂ ਸੂਬੇ ਬਣ ਗਏ, ਹੋਰ ਹੋ ਗਿਆ ਸਾਰਾ ਕੁਛ, ਉਹਦੇ ਵਿੱਚ 9 ਸੂਬਿਆਂ 'ਚ ਕਾਂਗਰਸ ਹਾਰ ਗਈ। ਉੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਬਣ ਗਈਆਂ। ਇੱਥੇ ਸਰਕਾਰ ਸੀਗੀ, ਜਿਹੜੇ ਅੱਜ ਰੌਲਾ ਪਾਉਂਦੇ ਨੇ, ਉਹਦੇ 'ਚ ਇਹ ਕਹਿੰਦੇ ਵੀ ਉਹਨਾਂ ਨੇ ਕੀ ਆਪਣੇ, ਮੈਨੂੰ ਯਾਦ ਹੈ ਫੂਡ ਸਪਲਾਈ ਮਿਨਿਸਟਰ ਹੁੰਦੇ ਸੀ ਸਤਪਾਲ ਡਾਂਗ ਜੀ। ਇੰਨੇ ਦੇਵਤੇ ਜਿਹੜੇ ਪੁੰਜੇ ਬੈਠ ਕੇ ਕੰਮ ਕਰ ਸਕਦੇ ਸੀ, ਇਹੋ ਜਿਹੇ ਇੱਥੇ ਲੀਡਰ ਰਹੇ ਨੇ। ਐ ਨਹੀਂ ਵੀ ਲੀਡਰ ਨਹੀਂ ਰਹੇ, ਚਾਹੇ ਉਹ ਅਕਾਲੀਆਂ ਦੇ ਸੀ ਚਾਹੇ ਕਾਂਗਰਸ ਸੀ, ਬੜੇ ਇਮਾਨਦਾਰ, ਬੜੇ ਹਾਰਡ ਵਰਕਰ ਲੀਡਰ ਰਹੇ ਨੇ। ਸੋ ਪਰ ਸਰਕਾਰਾਂ ਤਾਂ ਟੁੱਟੀਆਂ ਰਹੀਆਂ ਨੇ ਨਾ, ਸਰਕਾਰਾਂ ਨੂੰ ਤਾਂ ਅਸੀਂ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਹੀ ਫਿਰ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਤੀ, ਐਮਰਜੈਂਸੀ ਜਦ ਟੁੱਟੀ, ਉਦੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ, ਤਾਂ ਪਾਰਲੀਮੈਂਟ ਨੇ ਆ ਕੇ ਆਉਣ ਸਾਰ ਪਹਿਲਾ ਕੰਮ ਕਰਿਆ ਕਿ 9 ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਚੱਲ ਰਹੀਆਂ ਸੀ ਉਹ ਤੋੜਤੀਆਂ। ਇੱਥੇ ਬਾਦਲ ਸਾਹਿਬ ਦੀ ਸਰਕਾਰ ਤੋੜੀ ਸੀ ਪੰਜਾਬ 'ਚ, ਨਾ ਸੌਰੀ, ਉਹ ਬਾਦਲ ਸਾਹਿਬ ਦੀ ਸਰਕਾਰ ਬਣੀ ਸੀ, ਤੋੜੀਆਂ। ਉਸ ਤੋਂ ਬਾਅਦ ਜਦ ਇੰਦਰਾ ਗਾਂਧੀ ਦੁਬਾਰਾ ਆ ਗਈ, ਉਹਨੇ ਆ ਕੇ ਉਹ ਜਿਹੜੇ 9 ਦੀਆਂ ਦੁਬਾਰਾ ਹੋਈਆਂ ਸੀ ਚੋਣਾਂ, ਉਹ ਤੋੜਤੀਆਂ, ਜਿਹਦੇ 'ਚ ਬਾਦਲ ਸਾਹਿਬ ਦੀ ਸਰਕਾਰ ਟੁੱਟ ਕੇ ਦਰਬਾਰਾ ਸਿੰਘ ਦੀ ਸਰਕਾਰ ਬਣੀ। ਫਿਰ ਤੁਸੀਂ ਪਾਰਲੀਮੈਂਟ ਦੀ ਚੋਣ ਇੱਕ ਕਿਵੇਂ ਕਰਾ ਲਓਗੇ? ਔਰ ਪਾਰਲੀਮੈਂਟ ਵੀ ਆਪਾਂ ਦੇਖ ਹੀ ਲਿਆ, ਪਾਰਲੀਮੈਂਟ ਦੇ ਵਿੱਚ ਜੇ ਆਪਾਂ ਦੇਖੀਏ ਕਿੱਥੇ ਕਿੱਥੇ ਆ ਕੇ ਕ੍ਰਾਈਸਿਸ ਆਇਆ ਪਾਰਲੀਮੈਂਟ ਦਾ। ਪਾਰਲੀਮੈਂਟ ਦਾ ਕ੍ਰਾਈਸਿਸ ਆਇਆ ਸਭ ਤੋਂ ਪਹਿਲਾਂ ਤਾਂ 1978 ਵਾਲਾ ਕ੍ਰਾਈਸਿਸ ਸੀ, 2 ਪ੍ਰਾਈਮ ਮਿਨਿਸਟਰ ਬਣੇ, ਵਿੱਚ ਵਿਚਾਲੇ ਪਾਰਲੀਮੈਂਟ ਟੁੱਟੀ। ਫਿਰ ਜਾ ਕੇ ਪਾਰਲੀਮੈਂਟ ਜਿਹੜੀ ਸੀ ਆਪਣਾ BP ਸਿੰਘ ਦੀ ਸਰਕਾਰ ਵਾਲੀ ਪਾਰਲੀਮੈਂਟ ਟੁੱਟੀ। ਫਿਰ ਜਾ ਕੇ ਜੇ ਆਪਾਂ ਦੇਖੀਏ ਜਿਹਦੇ ਵਿੱਚ ਫਿਰ ਬਾਅਦ 'ਚ ਚੰਦਰ ਸ਼ੇਖਰ ਬਣੇ, ਜੀ ਹੈ ਉਹ ਹੈ। ਫਿਰ ਨਰਸਿਮਹਾ ਰਾਓ ਦੀ ਤਾਂ ਚੱਲੀ, ਪਰ ਉਹ ਦੇਵੇ ਗੌਡਵਾ ਸਾਹਿਬ ਤੇ ਆਪਣੇ ਗੁਜਰਾਲ ਸਾਹਿਬ ਵਾਲੀ ਸਰਕਾਰ ਵੀ ਇੱਦਾਂ ਹੀ ਟੁੱਟੀ। ਫਿਰ ਵਾਜਪਾਈ ਸਾਹਿਬ ਵਾਲੀ ਸਰਕਾਰ ਵੀ 13 ਦਿਨ 13 ਮਹੀਨੇ ਤੇ ਟੁੱਟੀ, ਪੌਣੇ 4.5 ਸਾਲ ਬਾਅਦ ਤਾਂ ਖੈਰ ਉਹਨਾਂ ਨੇ ਆਪੇ ਤੋੜਤੀ, ਪਰ 13 ਦਿਨ ਤਾਂ 13 ਮਹੀਨੇ ਉਹ ਟਿਕ ਨਹੀਂ ਸਕੀ ਸੀ। ਸੋ ਇਸ ਕਰਕੇ ਇਹ ਮੰਨਣਾ ਕਿ ਪਾਰਲੀਮੈਂਟ ਦੀ ਇੱਕ ਹੋਰ ਵੱਡੀ ਗੱਲ ਹੈ ਜਿਹੜੇ ਸਾਡੇ ਕਿਸੇ ਨੂੰ, ਮੈਂ ਬੜੇ ਪੜ੍ਹਦਾ ਸੋਸ਼ਲ ਮੀਡੀਆ ਤੇ, ਕਿਉਂਕਿ ਅਸੀਂ ਅੱਜ ਕੱਲ੍ਹ ਨਾ ਪੜ੍ਹਾਉਂਦੇ ਨਹੀਂ, ਅਸੀਂ ਕਿਤਾਬ ਨਹੀਂ ਪੜ੍ਹਦੇ, ਅਸੀਂ WhatsApp ਤੋਂ ਜੋ ਕਹਿਤਾ ਰੌਲਾ ਕਰਕੇ ਕਰਨ ਗਰੀ ਹੋਇਆ। ਭਾਰਤ ਦੇ ਵਿੱਚ ਪਾਰਲੀਮੈਂਟ ਖਤਮ ਹੋ ਕੇ ਪ੍ਰਾਈਮ ਮਿਨਿਸਟਰ ਤੋਂ ਬਿਨਾਂ ਭਾਰਤ 'ਚ ਸਰਕਾਰ ਦਾ ਤਸੱਵਰ ਹੀ ਨਹੀਂ ਹੈ। ਜੇ ਸਰਕਾਰ ਡਿਸੋਲਵ ਵੀ ਹੋ ਜਾਂਦੀ ਹੈ ਪਾਰਲੀਮੈਂਟ, ਚੋਣਾਂ ਤੱਕ ਪ੍ਰਧਾਨ ਮੰਤਰੀ ਕੋਲ ਚਾਰਜ ਰਹਿੰਦਾ, ਉਹਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ। ਪ੍ਰੈਜ਼ੀਡੈਂਟ ਰੂਲ ਲੱਗਣ ਦਾ ਭਾਰਤ 'ਚ ਕੋਈ ਸਕੋਪ ਹੀ ਨਹੀਂ ਹੈ। ਉਹ ਇਸ ਕਰਕੇ ਨਹੀਂ ਹੈ ਕਿ ਇੱਕ ਅਧਿਕਾਰਵਾਦ ਨਾ ਜੀ, ਕੱਲ ਨੂੰ ਫੌਜ ਰਾਜ ਕਰਨ ਲੱਗ ਜਾਏਗੀ। ਬਿਲਕੁਲ, ਪਾਕਿਸਤਾਨ ਹੋਰ ਕਿਉਂ ਸਫਰ ਕਰਿਆ? ਸੋ ਜਦ ਅੱਛਾ, ਪਰ ਸੂਬਿਆਂ ਦੇ ਵਿੱਚ ਤੁਸੀਂ ਗਵਰਨਰ ਰੂਲ, ਪ੍ਰੈਜ਼ੀਡੈਂਟ ਰੂਲ ਲਾ ਸਕਦੇ ਹੋ। ਸਰਕਾਰ ਡਿਸੋਲਵ ਕਰਕੇ ਤੁਸੀਂ ਪ੍ਰੈਜ਼ੀਡੈਂਟ ਇੱਥੇ ਪੰਜਾਬ 'ਚ ਕਿੰਨੀ ਦੇਰ ਰਿਹਾ ਨਹੀਂ। ਬਰਨਾਲਾ ਸਾਹਿਬ ਦੀ ਆਪਣੀ ਉਹਦੀ ਦਰਬਾਰਾ ਸਿੰਘ ਦੀ ਸਰਕਾਰ ਤੋੜਤੀ, ਉਦੋਂ ਬਾਅਦ ਗਵਰਨਰ ਰੂਲ ਹੀ ਰਿਹਾ ਨਾ। ਫਿਰ ਆਪਣਾ ਬਰਨਾਲਾ ਸਾਹਿਬ ਦੀ ਸਰਕਾਰ ਤੋੜਤੀ, ਫਿਰ ਗਵਰਨਰ ਰੂਲ ਰਿਹਾ ਜਦ ਤੱਕ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਨਹੀਂ ਆਈ। ਸੋ ਇਸ ਕਰਕੇ ਇਹਨਾਂ ਦੋਹਾਂ ਦੇ ਵਿੱਚ ਜਿਹੜੀ ਸਾਡੀ ਸੰਵਿਧਾਨਕ ਵਿਵਸਥਾ ਹੈ,
ਬੀਜੇਪੀ ਤਾਂ ਉਹ ਨਹੀਂ ਦੇਖਦੀ, ਕਿਉਂਕਿ ਬੀਜੇਪੀ ਤਾਂ ਲਾ ਕਰਕੇ ਵੀ ਲੋਕਾਂ ਨੂੰ ਕਰਨਾ ਤਾਂ ਕੁਛ ਹੈ ਨਹੀਂ, ਕੰਮ ਤਾਂ ਕੋਈ ਕਰਨਾ ਨਹੀਂ, ਸਾਰਾ ਕੁਝ ਵੇਚਣਾ ਹੈ, ਪੁਰਾਣੀਆਂ ਸਾਰਾ ਇਤਿਹਾਸ ਮਿਟਾਉਣਾ ਹੈ, ਕਿਉਂਕਿ ਇਹਨਾਂ ਦਾ ਆਪਦਾ ਇਤਿਹਾਸ ਹੈ ਨਹੀਂ। ਦੋ ਤਰੀਕੇ ਹੁੰਦੇ ਨੇ, ਇੱਕ ਬੰਦੇ ਨਵਾਂ ਇਤਿਹਾਸ ਸਿਰਜਦੇ ਨੇ, ਪੈਰਲਲ ਸਿਰਜਦੇ ਨੇ, ਲੋਕ ਆਪੇ ਪੁਰਾਣੇ ਨੂੰ ਭੁੱਲਦੇ ਨੇ ਬਿਲਕੁਲ ਜਾਂ ਪੁਰਾਣੇ ਨੂੰ ਜਿੰਨਾ ਲੋੜ ਹੁੰਦੀ ਉਹਨਾਂ ਰੱਖਦੇ ਨੇ। ਇੱਕ ਹੈਗਾ ਕਿ ਤੁਸੀਂ ਨਵਾਂ ਤਾਂ ਸਿਰਜਣਾ ਨਹੀਂ, ਤੁਸੀਂ ਪੁਰਾਣੇ ਤੇ ਉਹੀ ਬਗਾਨੀ ਸ਼ਾਹ ਤੇ ਮੁੱਛਾਂ ਬਣਾਈ ਜਾਓ ਵੀ ਨਹੀਂ ਜੀ ਸਾਡਾ ਤਾਂ ਐਂ ਸੀ, ਸਾਡਾ ਤਾਂ ਐਂ ਸੀ। ਹੁਣ ਤੁਸੀਂ ਜੇ ਪਿਛਲੇ 7 ਸਾਲਾਂ 'ਚ ਸਭ ਤੋਂ ਵੱਡਾ ਹੁਕਮਰਾਨ ਹੈ ਜਿਹੜੇ ਦੇਸ਼ ਦਾ, ਉਹਦੇ ਬਿਆਨ ਸੁਣੋਗੇ, ਸਾਡੇ ਕੋਲ ਤਾਂ ਕਹਿੰਦਾ ਜੀਨ ਟੈਕਨੋਲੋਜੀ ਹੁੰਦੀ ਸੀ, ਅਸੀਂ ਤਾਂ ਗਣੇਸ਼ ਦਾ ਸਿਰ ਲਾਤਾ ਸੀ, ਸਾਨੂੰ ਤਾਂ ਸਟੈਮ ਸੈੱਲ ਰਿਸਰਚ ਆਉਂਦੀ ਸੀ, ਸਾਡੇ ਕੋਲ ਤਾਂ ਕਹਿੰਦਾ ਕਿ ਰਾਡਰ ਹੁੰਦੇ ਸੀ, ਸਾਡੇ ਕੋਲ ਤਾਂ ਵਿਮਾਨ ਹੁੰਦੇ ਸੀ, ਇਹ ਆਪਣੇ ਰਾਕਟ ਹੁੰਦੇ ਸੀ। ਹੋ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਭਰਮਾਓਗੇ, ਕਿਉਂਕਿ ਤੁਸੀਂ ਨਵਾਂ ਤਾਂ ਕੋਈ ਰਾਕਟ ਤਾਂ ਬਣਾਉਣਾ ਨਹੀਂ, ਤੁਸੀਂ ਤਾਂ ਮਿਰਚਾਂ ਨਾਲ ਮੱਥਾ ਟੇਕਣਾ, ਰਾਫੇਲ ਲੈ ਕੇ ਵੀ ਨਿੰਬੂ ਮਿਰਚਾਂ ਦਾ ਮੱਥਾ ਟੇਕੋਗੇ। ਜੇ ਇਸਰੋ ਦੇ ਡਾਇਰੈਕਟਰ ਨੂੰ ਕਹੋਗੇ ਪਹਿਲਾਂ ਨਾਰੀਅਲ ਤੋੜ ਫਿਰ ਤੂੰ ਰਾਕਟ ਉਡਾਈ, ਫਿਰ ਜੇ ਨਾਰੀਅਲ ਨਾਲ ਹੀ ਰਾਕਟ ਉੱਡਣਾ ਫਿਰ ਤਾਂ ਲੋੜ ਹੀ ਨਹੀਂ ਤੁਹਾਨੂੰ ਸਾਇੰਟਿਸਟਾਂ ਦੀ, ਫਿਰ ਤਾਂ ਉੱਥੇ ਪੰਡਤ ਬਿਠਾ ਦਿਆ ਕਰੋ ਉਹਦੇ, ਜਾਂ ਭਾਈ ਬਿਠਾ ਦਿਆ ਕਰੋ, ਜਾਂ ਕੋਈ ਮੁੰਡਾ ਬਿਠਾ ਦਿਆ ਕਰੋ, ਕੋਈ ਚਰਚ ਵਾਲੇ ਬਿਠਾ ਦਿਆ ਕਰੋ, ਜਾਂ ਸਾਰੇ ਬਿਠਾ ਦਿਆ ਕਰੋ ਮਿਲ ਗੋਭਾ ਜਾ, ਲੈ ਭਾਈ ਸਾਰੇ ਕਰ ਲਓ, ਇੱਕ ਰਾਕਟ ਤੁਹਾਡੇ ਜੰਤਰਾਂ ਨਾਲ ਉੱਡ ਜੇ। ਇਹਨਾਂ ਨੂੰ ਪਤਾ ਨਹੀਂ ਸੋਮਨਾਥ ਦੇ ਮੰਦਿਰ 'ਚ ਕੀ ਹੋਇਆ ਸੀ, ਇਹੀ ਜੰਤਰਾਂ ਦੇ ਹਿਸਾਬ ਨਾਲ ਹੀ। ਸੋ ਜਦ ਅਸੀਂ ਆਪਦਾ ਇਤਿਹਾਸ ਸਿਰਜ ਨਹੀਂ ਸਕਦੇ, ਅਸੀਂ ਇਤਿਹਾਸ ਨੂੰ ਤੋੜਨਾ ਚਾਹੁੰਦੇ ਹਾਂ। ਨੰਬਰ 2, ਅਸੀਂ ਡੰਡੇ ਨਾਲ ਰਾਜ ਕਰਨਾ ਚਾਹੁੰਦੇ ਹਾਂ। ਅਸੀਂ ਜਿਹੜੀ ਪਾਰਲੀਮੈਂਟਰੀ ਪ੍ਰਣਾਲੀ ਆ ਸਾਡੀ, ਜਿਹਦੇ ਕਰਕੇ ਸਾਡੀ ਇਹ ਡੈਮੋਕ੍ਰੇਸੀ ਬਚੀ ਹੋਈ ਹੈ, ਜਿਹੜੀ ਮਰਜ਼ੀ ਸਰਕਾਰ ਆ ਜੇ, ਚੋਣ ਹਾਰ ਜੇ, ਲੋਕ ਰੌਲਾ ਪਾਉਂਦੇ ਨੇ ਕਈ ਮਨ 'ਚ ਸ਼ੰਕੇ ਵੀ ਜੇ ਮੋਦੀ ਸਾਹਿਬ ਹਾਰ ਗਏ, ਇਹਨਾਂ ਨੇ ਸਰਕਾਰ ਨਹੀਂ ਛੱਡਣੀ, ਮੋਦੀ ਸਾਹਿਬ ਦੀ ਹਿੰਮਤ ਨਹੀਂ ਪੈ ਸਕਦੀ ਸਰਕਾਰ ਨਾਲ ਛੱਡਣ ਦੀ ਜੇ ਹਾਰ ਜਾਣ, ਕਿਉਂਕਿ ਸਾਡੀ ਜਿਹੜੀ ਲੋਕਤੰਤਰੀ ਪ੍ਰਣਾਲੀ ਹੈ ਕੋਈ ਇੰਨੀ ਤਕੜੀ ਹੋ ਗਈ। ਕੋਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜ਼ੋਰ ਲਾ ਲਿਆ ਸੀ, ਫਿਰ ਛੱਡੀ ਨਾ, ਪੈਰ ਤਾਂ ਬਥੇਰੇ ਲਾਏ ਸੀ। ਬਿਲਕੁਲ ਸਾਡੀ ਲੋਕਤੰਤਰੀ ਪ੍ਰਣਾਲੀ ਇੰਨੀ ਕੁ ਤਕੜੀ ਹੈਗੀ ਹੈ ਕਿ ਕੋਈ ਧੱਕਾ ਨਹੀਂ ਐ ਕਰ ਸਕਦਾ। ਅਜੇ ਇਹ ਹੈ, ਇਹਨਾਂ ਦੀ ਸਕੀਮ ਇਹ ਹੈ ਕਿ ਅਸੀਂ ਧੱਕੇ ਕਰਨ ਵਾਲੇ ਪਾਸੇ ਨੂੰ ਤੁਰ ਪਓ, ਇੱਕ ਵਾਰੀ ਗੁੰਮਰਾਹ ਕਰਕੇ ਵੋਟਾਂ ਲੈ ਲਓ, ਫਿਰ ਉਹਦੇ ਸਾਰਾ ਸੰਵਿਧਾਨ ਬਦਲ ਦਿਓ। ਇੱਥੇ ਇੱਕ ਮੈਂ ਲਾਸਟ ਲਾਈਨ ਕਹਿ ਕੇ ਆਪਦੀ ਗੱਲ ਖਤਮ ਕਰਾਂਗਾ, ਫਿਰ ਤੁਹਾਡੀ ਸਵਾਲ ਸੁਣਦਾ। ਇੱਕ ਵਾਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਕਿਹਾ ਸੀ ਇੰਦਰਾ ਗਾਂਧੀ ਸਰਕਾਰ ਵੇਲੇ, ਕਹਿੰਦੇ ਜੇ ਤੁਹਾਡੀ 2/3 ਮੈਜੋਰਟੀ ਹੋਵੇ ਫਿਰ ਤੁਸੀਂ ਸੰਵਿਧਾਨ ਬਦਲ ਦੋਗੇ, ਸਾਰੇ ਚੱਕ ਕੇ ਸੰਵਿਧਾਨ ਨੂੰ ਰੱਦ ਕਰ ਦੋਗੇ। ਸੋ ਮੈਜੋਰਟੀ ਹੋਣ ਦਾ ਮਤਲਬ ਸੰਵਿਧਾਨ ਬਦਲਣਾ ਨਹੀਂ ਹੈ, ਮੈਜੋਰਟੀ ਹੋਣ ਦਾ ਮਤਲਬ ਸੰਵਿਧਾਨ ਅਨੁਸਾਰ ਰਾਜ ਕਰਨਾ। ਚਲੋ ਹੁਣ ਸਵਾਲ। ਬਿਲਕੁਲ ਡਾਕਟਰ ਸਾਹਿਬ, ਮੈਂ ਸਵਾਲ ਇਹ ਕਰਨਾ ਸੀ ਕਿ ਜਦੋਂ ਅਸੀਂ ਬੀਜੇਪੀ ਦੀ ਮਨਸ਼ਾ ਦੀ ਗੱਲ ਕਰਦੇ ਹਾਂ ਤਾਂ ਬਾਕੀ ਸਿਆਸੀ ਪਾਰਟੀਆਂ ਦਾ ਇਹਦੇ ਉੱਤੇ ਕੀ ਰੁਖ ਰਿਹਾ? ਕਿ ਪਿਛਲੇ ਸਮਿਆਂ ਦੇ ਵਿੱਚ ਉਹ ਵੀ ਕਦੇ ਕਹਿੰਦੇ ਰਹੇ ਨੇ ਕਿ ਅਸੀਂ ਏਕਾਧਿਕਾਰ ਜਾਂ ਅਸੀਂ ਤਾਨਾਸ਼ਾਹੀ ਵਾਂਗੂ ਅਸੀਂ ਰਾਜ ਕਰੀਏ? ਦੇਖੋ ਹੁਣ ਤਾਂ ਜਿਹੜੇ ਪਿਛਲੇ 30 ਸਾਲਾਂ ਦਾ 3 ਦਹਾਕਿਆਂ 'ਚ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਹੁਣ ਤਾਂ ਕੋਈ ਸਿਆਸਤਦਾਨ ਉਸ ਤਰ੍ਹਾਂ ਦੇ ਤਾਂ ਰਹੇ ਹੀ ਨਹੀਂ। ਪਹਿਲਾਂ ਸਿਆਸਤਦਾਨ ਕਾਫੀ ਜ਼ਿਆਦਾ ਸਟੇਟਸਮੈਨ ਸੀਗੇ, ਗੁਜਰਾਲ ਸਾਹਿਬ ਬੜੇ ਤਕੜੇ ਸਟੇਟਸਮੈਨ ਸੀਗੇ, ਵਾਜਪਾਈ ਸਾਹਿਬ ਸਟੇਟਸਮੈਨ ਸੀਗੇ। ਹੁਣ ਤਾਂ ਸਟੇਟਸਮੈਨ ਤਾਂ ਰਹੇ ਨਹੀਂ ਪਿਛਲੇ 20 ਸਾਲਾਂ 'ਚ, ਹੁਣ ਤਾਂ ਧੱਕੇ ਨਾਲ ਰਾਜ ਕਰਨ ਵਾਲੇ ਰਹਿ ਗਏ। ਤੇ ਉਹ ਧੱਕੇ ਨਾਲ ਜਿਹੜੇ ਰਾਜ ਕਰਦੇ, ਮਨਮੋਹਨ ਸਿੰਘ ਤਾਂ ਸਿਆਸਤਦਾਨ ਸਿੱਧੇ ਰੂਪ 'ਚ ਹੈ ਨਹੀਂ ਸੀਗੇ, ਤੇ ਜਿਹੜੇ ਸਿਆਸਤਦਾਨ ਨੇ ਉਹ ਤਾਂ ਧੱਕੇ ਨਾਲ, ਧੌੜੇ ਨਾਲ, ਇੱਧਰੋਂ ਉੱਧਰੋਂ, ਹੁਣ ਆਪਾਂ ਪੰਜਾਬ ਦੀਆਂ ਚੋਣਾਂ ਜੋ ਕੁਝ ਹੋ ਰਿਹਾ ਜਿਵੇਂ ਛਾਲਾਂ ਵੱਜ ਰਹੀਆਂ ਨੇ, ਇਹਦੇ 'ਚ ਤੁਹਾਨੂੰ ਕੋਈ ਲੱਗਦੀ ਹੈ ਵੀ ਇਹਦੇ 'ਚ ਕੋਈ ਨਾ ਕੋਈ ਅਸੂਲ, ਕੋਈ ਨਾ ਕੋਈ ਨਿਯਮ, ਕੋਈ ਨਾ ਕੋਈ ਕਾਨੂੰਨ, ਕੋਈ ਨਾ ਕੋਈ ਲੋਕਾਂ ਦੀ ਗੱਲ ਕੋਈ ਸਾਹਮਣੇ ਆ ਰਹੀ ਹੈ ਸਿਵਾਏ ਤੁੰਨਦੂ ਦੇ? ਉਹ ਕਹਿੰਦਾ ਮੈਂ ਉਹਨੂੰ ਤੁੰਨ ਦੂੰ, ਉਹ ਕਹਿੰਦਾ ਮੈਂ ਉਹਨੂੰ ਤੁੰਨ ਦੂੰ। ਰੋਜ਼ ਤੁਸੀਂ ਮੀਡੀਆ ਸੁਣ ਲਓ, ਤੁਹਾਡੇ ਕੰਨ ਪੱਕ ਜਾਂਦੇ ਨੇ। ਟਿਕਟਾਂ ਵੰਡ ਦੇ ਉੱਤੇ ਲੜਾਈ, ਉਹ ਉੱਧਰ ਛਾਲ ਮਾਰ ਗਿਆ, ਉਹ ਕਹਿੰਦਾ ਉਹਦੇ ਖਿਲਾਫ ਖੜਾ ਹੋ ਕੇ ਚੰਗਾ ਤੂੰ ਲੜ ਕੇ ਦਿਖਾਈ ਮੇਰੇ ਖਿਲਾਫ, ਉਹ ਕਹਿੰਦਾ ਤੂੰ ਮੇਰੇ ਖਿਲਾਫ ਲੜ ਕੇ ਦਿਖਾਈ, ਉਹ ਕਹਿੰਦਾ ਤੈਨੂੰ ਤੁੰਨ ਦੂੰ, ਉਹ ਕਹਿੰਦਾ ਮੈਂ ਤੈਨੂੰ ਤੁੰਨ ਦੂੰ। ਇਸ ਤੋਂ ਸਿਵਾਏ ਤੁਸੀਂ ਕਦੇ ਸੁਣਿਆ? ਜਾਂ ਫਿਰ ਵੀ ਤੁਹਾਨੂੰ ਆਹ ਦੇ ਦਾਂਗੇ, ਆਹ ਦੇ ਦਾਂਗੇ। ਇਸ ਤੋਂ ਸਿਵਾਏ ਕਿ ਪੰਜਾਬ ਦੀ ਸਿੱਖਿਆ ਕਿਵੇਂ ਠੀਕ ਹੋਵੇ, ਕਹਿਣਾ ਸੌਖਾ ਵੀ ਕਰ ਦਾਂਗੇ ਜੀ। ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੇ ਕਹਿੰਦੇ ਨੇ ਅਸੀਂ ਮੁੱਦਿਆਂ ਦੀ ਸਿਆਸਤ ਕਰ ਜਾਂ, ਉਹ ਦੱਸ ਦੇਣ ਵੀ ਉਹਨਾਂ ਨੇ ਕੀ ਕਰਿਆ। ਉਹ ਕੋਈ ਇੱਕ ਮੁੱਦਾ ਗਿਣਾ ਦੇਣ ਵੀ ਇਸ ਮੁੱਦੇ ਉੱਤੇ ਅਸੀਂ ਗਹਿਨ ਅਧਿਐਨ ਕਰਿਆ। ਦੇਖੋ ਸੁਖਵਿੰਦਰ ਜੀ, ਸਾਡੇ ਰਾਜ ਕਰਨ ਦਾ ਤਰੀਕਾ ਕੀ ਹੈ, ਸਾਡੇ ਜਿਹੜੀ ਇਹ ਗੱਲ ਕਿਉਂ ਆ ਰਹੀ ਹੈ, ਜਿਹੜੀ ਮੋਦੀ ਸਾਹਿਬ ਬਦਲਣਾ ਚਾਹੁੰਦੇ ਨੇ, ਇਹਦੀ ਜੜ ਹੈ। ਇਹਨੂੰ ਜੇ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਸਾਨੂੰ ਗੱਲ ਨਹੀਂ ਸਮਝ ਆਣੀ। ਸਾਡੇ ਸੰਵਿਧਾਨ ਦਾ ਆਰਟੀਕਲ 327 ਤੇ 28 ਹੈ। 328 'ਚ ਜਿਹੜੀਆਂ ਸੂਬਾ ਅਸੈਂਬਲੀਆਂ ਨੇ ਉਹ 'ਚ ਸਾਡੀ ਵੀ ਭੂਮਿਕਾ ਹੈ, ਚੋਣਾਂ 'ਚ ਵੀ, ਸੂਬੇ ਦੀ ਵੀ। 327 'ਚ ਹੈਗੀ ਹੈ ਕੇਂਦਰ ਦੀ ਭੂਮਿਕਾ, 328 'ਚ ਸੂਬਿਆਂ ਦੀ ਆਪਦੀ ਭੂਮਿਕਾ ਹੈ। ਇਹ ਹੈਗਾ ਸਾਡਾ ਇੱਕ ਬੈਲੈਂਸ, ਸੰਤੁਲਨ ਕੇਂਦਰ ਤੇ ਰਾਜ ਸੰਬੰਧਾਂ ਦਾ।
ਇਹ ਕੇਂਦਰ ਤੇ ਰਾਜ ਸੰਬੰਧਾਂ ਦਾ ਬੈਲੈਂਸ ਖਤਮ ਕਰਕੇ ਹਰ ਚੀਜ਼ ਨੂੰ ਕੇਂਦਰ ਦੇ ਹੱਥ 'ਚ ਲੈ ਕੇ ਇਹ ਇੱਥੇ ਤਾਨਾਸ਼ਾਹੀ ਕਰਨਾ ਚਾਹੁੰਦੇ ਨੇ। ਇਸੇ ਵਿੱਚੋਂ ਕੇਜਰੀਵਾਲ ਦਾ ਨਿਕਲਿਆ ਸੀ ਜਨ ਲੋਕਪਾਲ, ਵੀ ਇੱਕ ਬੰਦੇ ਦੇ ਸਿਰ 'ਚ 100 ਗੱਲ 'ਚ ਹੱਥ 'ਚ ਸਾਰਿਆਂ ਦੀ ਸੰਗੀ ਫੜਾ ਦਿਓ। ਇਸੇ ਚੋਂ ਹੀ ਬੀਜੇਪੀ ਦਾ ਨਿਕਲ ਰਿਹਾ, ਕਿਉਂਕਿ RSS ਦਾ ਤਾਂ ਫਾਰਮੂਲਾ ਹੀ ਇਹ ਹੈ, ਹੁਕਮ, ਗੱਲ ਕੋਈ ਨਹੀਂ, ਚਰਚਾ ਕੋਈ ਨਹੀਂ। ਹੁਣ ਜਦ ਅਸੀਂ ਸੰਵਿਧਾਨ ਦੇ ਵਿੱਚ, ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਗਾਹਾਂ 3 ਹਿੱਸੇ ਨੇ, ਕਿੱਥੋਂ, ਜਿਹੜੀ ਮੈਂ ਗੱਲ ਕਹਿੰਦਾ ਸੀ ਕਿੱਥੋਂ ਨਿਕਲਦਾ ਹੈ। ਇੱਕ ਹੈਗਾ ਹੈ ਸਦਨ, ਚਾਹੇ ਲੋਕ ਸਭਾ ਹੈ, ਚਾਹੇ ਉਹ ਰਾਜ ਸਭਾ ਹੈ, ਚਾਹੇ ਵਿਧਾਨ ਪ੍ਰੀਸ਼ਦ ਹੈ, ਚਾਹੇ ਵਿਧਾਨ ਸਭਾ ਹੈ। ਵਿਧਾਨ ਵੀ 2 ਨੇ, ਵਿਧਾਨ ਸੂਬਿਆਂ 'ਚ ਵੀ 2 ਹੈਗੀਆਂ ਨੇ, ਕਿਤੇ ਕਿਤੇ ਕੱਢੀ ਵਿਧਾਨ ਸਭਾ ਹੈ, ਜਿਵੇਂ ਆਪਣੇ ਹਰਿਆਣਾ 'ਚ ਇੱਕ ਹੈ, ਕਿਤੇ ਕਿਤੇ ਵਿਧਾਨ ਪ੍ਰੀਸ਼ਦ ਵੀ ਹੈ ਨਾਲ। ਇਹ ਲੈਜਿਸਲੇਚਰ ਹੈ, ਇਹਦਾ ਕੰਮ ਹੈ ਕਾਨੂੰਨ ਬਣਾਉਣਾ। ਤੁਸੀਂ ਕਿਸੇ MLA ਨੂੰ ਪੁੱਛ ਕੇ ਦੇਖੋ, ਪਾਰਲੀਮੈਂਟ 'ਚ ਆ ਜੇ ਵੀ ਫਿਰ ਵੀ ਡਾਕਤ ਹੈ, ਉੱਥੇ ਕਾਫੀ ਬਹਿਸਾਂ ਵੀ ਹੁੰਦੀਆਂ ਨੇ ਕਾਨੂੰਨ ਤੇ। ਇਹਨਾਂ ਨੂੰ ਪੁੱਛ ਕੇ ਦੇਖੋ ਵੀ ਕਾਨੂੰਨ ਤੇ ਕਿੰਨੀ ਕੁ ਬਹਿਸ ਹੋਈ ਹੈ ਇਹਨਾਂ ਨੇ, ਜਿਹੜਾ ਵੀ ਕਾਨੂੰਨ ਕਦੇ ਪਾਸ ਕਰਿਆ ਪਿਛਲੇ 30 ਸਾਲਾਂ 'ਚ। ਇਹਦਾ ਇਹੀ ਨਹੀਂ ਪਤਾ ਹੁੰਦਾ ਵੀ ਲਿਖਿਆ ਕੀ ਹੈ, ਪਾਸ ਕਰ ਦਿੰਦੇ, ਹਾਂ 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 ਠੀਕ ਹੈ, ਇੱਕ ਅੱਧੀ ਗੱਲ ਕਹਿ ਦਿੰਦੇ ਨੇ। ਸੋ ਇਹਦਾ ਮਤਲਬ ਫਿਰ ਅੱਗੇ ਆ ਗਈ ਐਗਜ਼ੀਕਿਊਟਿਵ, ਜਿਹੜੀ ਕਾਉਂਸਲ ਆਫ ਮਿਨਿਸਟਰ ਹੈ, ਜਿਹਨੂੰ ਮੰਤਰੀ ਪ੍ਰੀਸ਼ਦ ਕਹਿੰਦੇ ਨੇ, ਜਿਹਨੂੰ ਕੈਬਨਿਟ ਕਹਿੰਦੇ ਨੇ, ਚਾਹੇ ਉਹ ਕੇਂਦਰ 'ਚ ਚਾਹੇ ਇੱਥੇ ਹੈ, ਉਹ ਐਗਜ਼ੈਕਟਿਵ ਹੈ, ਕਾਰਜ ਕਰਨੀ ਹੈ। ਉਹ ਜਿਹੜੀ ਕਾਰਜ ਕਰਨੀ ਹੈ, ਉਹਨੇ ਕਾਨੂੰਨਾਂ ਦਾ ਖਰੜਾ ਪੇਸ਼ ਕਰਨਾ ਹੈ ਵਿਧਾਨ ਪਾਲਿਕਾ ਦੇ ਕੋਲੇ। ਵਿਧਾਨ ਪਾਲਿਕਾ ਨੇ ਉਹ 'ਤੇ ਵਿਚਾਰ ਕਰਨੀ ਹੈ, ਉਹਨੂੰ ਕਾਨੂੰਨ ਨੂੰ ਪਾਸ ਕਰਨਾ ਹੈ, ਜਾਂ ਉਹਦੇ 'ਚ ਕੋਈ ਤਬਦੀਲੀ ਕਰਨੀ ਹੈ, ਜਾਂ ਉਹਨੂੰ ਰੱਦ ਕਰਨਾ ਹੈ। ਹੁਣ ਜਿਹੜੀ ਕਾਰਜ ਕਰਨੀ ਹੈ ਪਿਛਲੇ ਸਮੇਂ ਦੇ ਵਿੱਚ, ਉਹ ਆਊਟ ਆਫ ਪ੍ਰਪੋਰਸ਼ਨ ਤਕੜੀ ਹੁੰਦੀ ਜਾਂਦੀ ਹੈ। ਉਹ ਕਾਰਜ ਕਰਨੀ 'ਚ ਪ੍ਰਾਈਮ ਮਿਨਿਸਟਰ ਹੈ, ਉਹ ਕਾਰਜ ਕਰਨੀ 'ਚ ਮੁੱਖ ਮੰਤਰੀ ਨੇ, ਉਹ ਕਾਰਜ ਕਰਨੀ 'ਚ ਹੁਣ PMO ਦਫ਼ਤਰ ਹੋ ਗਿਆ ਤਕੜਾ, ਉਹ ਕਾਰਜ ਕਰਨੀ 'ਚ CMO ਦਫ਼ਤਰ ਹੋ ਗਿਆ ਹੁਣ ਤਕੜਾ। ਉਹ ਜਦ ਤਕੜੇ ਹੋ ਗਏ ਤਾਂ ਮੰਤਰੀਆਂ ਸੰਤਰੀਆਂ ਦੀ ਵੀ ਨਹੀਂ ਪੁੱਛ, ਉਸ ਕਾਰਜ ਕਰਨੀ ਦੇ ਵਿਦਨ ਵੀ MLA ਦੀ ਤਾਂ ਪੁੱਛ ਕੋਈ ਹੈ ਹੀ ਨਹੀਂ, ਹਾਊਸ ਦੀ ਤਾਂ ਕੋਈ ਪੁੱਛ ਹੈ ਹੀ ਨਹੀਂ। ਜਿਹਦਾ ਨਤੀਜਾ ਇਹ ਨਿਕਲਿਆ ਹੈ ਵੀ ਸੂਬਿਆਂ 'ਚ ਤਾਂ ਅਜਲਾਸ ਹੀ ਹੋਣੋਂ ਹਟ ਗਏ, ਕਾਗਜ਼ੀ ਕਾਰਵਾਈ ਹੁੰਦੀ ਹੈ ਕਿ ਜੀ, ਕਿਉਂਕਿ ਇੱਕ ਅਜਲਾਸ ਤੋਂ ਲੈ ਕੇ ਦੂਜੇ ਅਜਲਾਸ ਤੱਕ 6 ਮਹੀਨਿਆਂ ਤੋਂ ਵੱਧ ਦਾ ਫਰਕ ਨਹੀਂ ਹੋ ਸਕਦਾ ਸਮੇਂ ਦਾ। ਤੁਹਾਨੂੰ ਮਜਬੂਰੀ 'ਚ ਅਜਲਾਸ ਬੁਲਾਉਣਾ ਹੀ ਪੈਂਦਾ, ਨਹੀਂ ਤੁਹਾਡੀ ਅਸੈਂਬਲੀ ਡਿਸੋਲਵ ਹੋ ਸਕਦੀ ਹੈ। ਸੋ ਇਸ ਕਰਕੇ ਉਹ ਤੁਸੀਂ ਰਸਮੀ ਜਿਹਾ ਬੁਲਾ ਲੈਂਦੇ ਹੋ ਵੀ ਸ਼ਾਮ ਨੂੰ ਉੱਥੇ ਸੋਗ ਮਤੇ ਜੇ ਮਤੇ ਪਾਸ ਕਰਤੇ, ਤੇ ਦੂਜੇ ਦਿਨ ਉਦੋਂ ਫਿਰ ਉਠਾਤਾ, ਦੂਜੇ ਦਿਨ ਮਾੜੀ ਮੋਟੀ ਚਰਚਾ ਕਰਕੇ ਕਹਿੰਦੇ ਵੀ ਅੱਜ ਅਸੀਂ ਸਾਈਨੇਟ ਉਠਾਇਆ। ਸਾਈਨੇਟ ਮਤਲਬ ਅਣਮਿੱਥੇ ਸਮੇਂ ਲਈ ਜਿਹਨੂੰ ਕਹਿੰਦੇ ਨੇ। ਸੋ ਜਦ ਤੁਸੀਂ ਲੈਜਿਸਲੇਚਰ ਦਾ ਕੰਮ ਹੀ ਬੰਦ ਕਰਤਾ, ਤੇ ਫਿਰ ਲੈਜਿਸਲੇਚਰ ਨੂੰ ਤਾਂ ਢਾਹ ਲੱਗ ਗਈ ਨਾ। ਲੈਜਿਸਲੇਚਰ ਦਾ ਤਾਂ ਕੰਮ ਛੱਡਿਆ ਹੀ ਨਹੀਂ ਤੁਸੀਂ ਤਾਂ ਐਗਜ਼ੈਕਟਿਵ ਦੇ ਰਾਹੀਂ, ਪਾਰਲੀਮੈਂਟ ਚੱਲ ਰਹੀ ਸੀ, ਪਾਰਲੀਮੈਂਟ ਨੇੜੇ ਆ ਰਹੀ ਸੀ, ਇਹਨਾਂ ਨੇ ਜਾ ਕੇ ਆਰਡੀਨੈਂਸ ਕਰਤੇ ਮੋਦੀ ਸਾਹਿਬ ਨੇ। ਆ ਜਿਹੜੇ ਖੇਤੀ ਕਾਨੂੰਨ ਸੀ, ਖੇਤੀ ਕਾਨੂੰਨਾਂ ਦੇ ਉੱਤੇ ਆਰਡੀਨੈਂਸ ਦਾ ਰੂਲ ਹੈ ਕਿ ਆਰਡੀਨੈਂਸ ਉਦੋਂ ਕਰਨਾ ਹੈ ਜਦ ਕੋਈ ਬਹੁਤ ਵੱਡੀ ਐਮਰਜੈਂਸੀ ਹੋਵੇ, ਜਾਂ ਫਿਰ ਸੈਸ਼ਨ ਨੇੜੇ ਹੋਵੇ। ਨਾ ਤਾਂ ਕੋਈ ਐਮਰਜੈਂਸੀ ਸੀ, ਐਮਰਜੈਂਸੀ ਤਾਂ ਕਰੋਨਾ ਠੀਕ ਕਰਨ ਦੀ ਸੀ। ਸੋ ਅਸੀਂ ਜਿਹੜਾ ਸਾਡਾ ਇਹ ਨਿਕਲ ਰਿਹਾ ਹੈ ਕਿ ਇੱਕੋ ਚੋਣਾਂ ਕਰਾਓ, ਇਕੱਠੀਆਂ ਕਰਾਓ, ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣ। ਇਹ ਇਸ ਗੱਲ ਚੋਂ ਨਿਕਲਦਾ ਹੈ ਕਿ ਸਾਡੀ ਜਿਹੜੀ ਕਾਰਜ ਕਰਨੀ ਹੈ ਉਹ ਬਹੁਤ ਜ਼ਿਆਦਾ ਦੈਂਤ ਬਣ ਗਈ, ਦਿਓ ਕੱਦ ਬਣ ਗਈ। ਉਹਨੇ ਜੁਡੀਸ਼ਰੀ ਨੂੰ ਵੀ ਥੱਲੇ ਦਬਾ ਲਿਆ ਇੱਕ ਕਿਸਮ ਦਾ। ਹੁਣ ਤਾਂ ਜੁਡੀਸ਼ਰੀ ਨੇ ਥੋੜ੍ਹੇ ਜਿਹੇ ਪੈਰ ਫੜੇ ਨੇ, ਤੇ ਉਸਨੇ ਵਿਧਾਨ ਪਾਲਿਕਾ ਨੂੰ ਤਾਂ ਜਮਾਂ ਹੀ ਥੱਲੇ ਦਬਾ ਲਿਆ। ਉਹਦੇ 'ਚ ਕੋਈ ਦਬੰਗ ਕੁਛ ਹੈਗੇ ਨੇ, ਮੈਂ ਦਬੰਗੀ ਲਫ਼ਜ਼ ਯੂਜ਼ ਕਰੂੰਗਾ, ਜਿਹੜੇ ਪਰਵਾਹ ਨਹੀਂ ਮੰਨਦੇ ਵੀ ਚੰਗਾ ਯਾਰ ਬੋਲਾਂਗੇ। ਉਹ ਝਾਅ ਸਾਹਿਬ ਬੋਲਦੇ ਨੇ ਜਦ, ਐਂ ਮਜ਼ਾ ਲਿਆ ਦਿੰਦੇ ਨੇ ਵੀ ਹਾਂ ਯਾਰ ਗੱਲ ਕੋਈ ਸਟੱਡੀ ਕਰਕੇ ਆ ਰਹੇ ਨੇ। ਹੋਰ ਬਹੁਤ ਨੇ, ਪਰ ਸੂਬੇ ਨੂੰ ਤਾਂ ਮੈਂ ਕੋਈ ਬੋਲਦਾ ਦੇਖਿਆ ਹੀ ਨਹੀਂ, ਸਿਵਾਏ ਇੱਕ ਦੂਜੇ ਨੂੰ ਮਿਹਨੇ ਦੇਣ ਦੇ। ਸੋ ਜਦ ਤੁਹਾਡੇ ਕੋਲੇ ਲਿਆਕਤ ਹੀ ਨਹੀਂ ਰਹੀ ਵਿਧਾਨ ਸਭਾ ਦੇ ਵਿੱਚ, ਜਿਹੜੇ ਤੈਅ ਲਾ ਕੇ ਗੱਲ ਕਰ ਸਕਣ ਵੀ ਦੇਖੋ ਤੁਸੀਂ ਆਹ ਕਰ ਦਿਓ। ਉਹਦੇ 'ਚ ਇੱਕ ਲਾਈਨ 'ਚ ਮੈਂ ਦੱਸਦਾ, ਇਹਨਾਂ ਨੇ ਪਾਸ ਕਰਤਾ ਪੰਜਾਬੀ ਦੇ ਉੱਤੇ ਅਮੈਂਡਮੈਂਟ ਦਾ ਐਕਟ। ਇਹਨਾਂ ਨੇ ਪਤਾ ਹੀ ਨਹੀਂ ਵੀ ਇਹ ਸੰਵਿਧਾਨ ਦੇ ਉਲਟਾ ਅਸੀਂ ਪਾਸ ਹੀ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਸਰ, ਨਹੀਂ ਜੀ ਉਹਦਾ ਮਤਲਬ ਆਇਆ ਜੀ, ਉਹਦਾ ਮਤਲਬ ਆਇਆ ਜੀ, ਉਹ ਬਾਬੂਗਿਰੀ ਹੁੰਦੀ ਹੈ। ਜਿਹੜਾ ਸੰਵਿਧਾਨ 'ਚ ਲਿਖਿਆ ਹੋਇਆ ਹੈ ਉਹਨੂੰ ਤੁਸੀਂ ਕਿਵੇਂ ਕਰ ਦੋਗੇ? ਸੰਵਿਧਾਨ ਦੇ ਉਲਟ ਤੁਸੀਂ ਕਿਵੇਂ ਜਾਓਗੇ? ਇੱਕ ਬੜੀ ਵੱਡੀ ਪ੍ਰੀਤੀ ਸ੍ਰੀਵਾਸਤਵਾ ਜਜਮੈਂਟ ਹੈ 11 ਜੱਜਾਂ ਦੀ ਸੁਪਰੀਮ ਕੋਰਟ ਦੀ, ਉਹਦੇ ਅਨੁਸਾਰ ਇਹ ਪੰਜਾਬੀ ਇੱਥੇ ਲਾਜ਼ਮੀ CBSE ਦੇ ਸਕੂਲਾਂ 'ਚ ਕਰ ਹੀ ਨਹੀਂ ਸਕਦੇ ਬੇਸ਼ੱਕ, ਇਹਨਾਂ ਕੋਲ ਹਿੰਮਤ ਹੀ ਨਹੀਂ ਹੈ, ਇਹਨਾਂ ਕੋਲ ਕਾਨੂੰਨ ਹੀ ਨਹੀਂ ਹੈ। ਸੋ ਪਰ ਇਹਨਾਂ ਨੇ ਕਰਤਾ, ਦਿੱਲੀੋਂ ਉਹਨੂੰ ਬਦਲਾਅ ਕਰਵਾਉਣ ਦੀ ਬਜਾਏ ਆਪ ਹੀ ਬਦਲਾਅ ਕਰਕੇ ਲੋਕਾਂ ਨੂੰ ਖੁਸ਼ ਕਰਤਾ। ਇਹ ਐ ਨਹੀਂ ਹੁੰਦਾ। ਸੋ ਇਸ ਕਰਕੇ ਸਾਡੀ ਐਗਜ਼ੈਕਟਿਵ ਇੰਨੀ ਜ਼ਿਆਦਾ ਤਕੜੀ ਹੋ ਗਈ, ਇੰਨੀ ਜ਼ਿਆਦਾ ਮੈਂ ਤਾਂ ਕਹਾਂਗਾ ਵੀ ਜ਼ਿੰਮੇਵਾਰੀ ਛੱਡ ਗਈ। ਉਹ ਆਪਦਾ ਹਿੱਤ ਦੇਖਦੀ ਹੈ, ਲੋਕਾਂ ਨੂੰ ਗੁੰਮਰਾਹ ਕਰਦੀ ਹੈ, ਲੋਕਾਂ ਨੂੰ ਸਹੀ ਕਾਨੂੰਨੀ ਪੋਜੀਸ਼ਨ ਵੀ। ਅੱਜ ਅਸੀਂ ਸਾਡੇ ਕਾਨੂੰਨ ਦਾ, ਅਮਨ ਕਾਨੂੰਨ ਦਾ ਰਾਜ ਵੀ ਖਤਮ ਹੋ ਰਿਹਾ।
ਜੀ ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਥੇ ਬਿਆਨ ਚੇਤੇ ਆਇਆ ਭਗਵੰਤ ਮਾਨ ਹੋਰਾਂ ਦਾ। ਅੱਜ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਜਿਹੜਾ ਆ ਉਹ ਫ੍ਰੀ ਹੈਂਡ ਕਰ ਦਿਆਂਗੇ। ਪੰਜਾਬ ਪੁਲਿਸ ਜਿਹੜੀ ਆ ਉਹ ਆਪਣੇ ਪੱਧਰ ਉੱਤੇ ਕੰਮ ਕਰੇ, ਸਿਆਸੀ ਦਖਲਅੰਦਾਜ਼ੀ ਦੀਆਂ ਉਹ ਗੱਲਾਂ ਕਰਦੇ ਨੇ ਕਿ ਉਹ ਨਹੀਂ ਹੋਣਗੀਆਂ। ਫ੍ਰੀ ਹੈਂਡ ਕਰ ਦੇਣਾ ਚਾਹੀਦਾ। ਅੱਗੇ ਕਾਲੇ ਦੌਰ ਨੂੰ ਲੈ ਕੇ ਲੋਕਾਂ ਨੇ ਬਹੁਤ ਕੁਝ ਦੇਖਿਆ, ਇਹੋ ਜਿਹੇ ਕੋਈ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਨਹੀਂ, ਜਿੱਥੋਂ ਤੱਕ ਫਰੀ ਹੈਂਡ ਦਾ ਮਤਲਬ ਕੀ ਹੈ, ਆਪਾਂ ਇਹ ਨਾ ਸਮਝੀਏ। ਇਹ ਵੀ ਇੱਕ ਫਰਕ ਹੈ। ਜਦ ਤੁਸੀਂ ਕਿਸੇ ਬੰਦੇ ਦੀ ਸਟੇਟਮੈਂਟ ਨੂੰ ਇਦਾਂ ਦੇਖਦੇ ਹੋ, ਫਰੀ ਹੈਂਡ ਦਾ ਮਤਲਬ ਹੈ ਜਿਹੜੀ ਬਿਨਾਂ ਮਤਲਬ ਦੀ ਸਿਆਸੀ ਦਖਲਅੰਦਾਜ਼ੀ ਹੈ, ਵੀ ਇਹਨੂੰ ਫੜ ਲਓ, ਇਹਨੂੰ ਅੰਦਰ ਕਰ ਦਿਓ, ਇਹਦੀ ਜ਼ਮਾਨਤ ਕਰੋ, ਥਾਣੇ 'ਚ ਕਰ ਦਿਓ, ਇਹਦੇ 'ਤੇ ਕੇਸ ਬਣਾ ਦਿਓ। ਉਹ ਹੈ ਵੀ ਅਸੀਂ ਉਹ ਨਹੀਂ ਕਰਾਂਗੇ, ਜਾਂ ਤੁਹਾਡਾ ਕਹਿਣਾ ਨਹੀਂ ਮੰਨਿਆ ਚੱਕ ਉਹਦੀ ਬਦਲੀ ਕਰ ਦਿਓ, ਉਹਨੂੰ ਚਾਰਜ ਸ਼ੀਟ ਕਰ ਦਿਓ। ਇਹ ਹੈ ਫਰੀ ਹੈਂਡ। ਫਰੀ ਹੈਂਡ ਦਾ ਮਤਲਬ ਇਹ ਨਹੀਂ ਵੀ ਜਿਹਨੂੰ ਮਰਜ਼ੀ ਫੜ ਕੇ ਗੋਲੀ ਮਾਰ ਦਿਓ। ਉਹ ਫਰੀ ਹੈਂਡ ਨਹੀਂ ਹੈ, ਉਹ ਅਨਾਰਕੀ ਹੈ, ਉਹ ਗੁੰਡਾਗਰਦੀ ਹੈ, ਉਹ ਬਦਮਾਸ਼ੀ ਹੈ, ਉਹ ਜਮਹੂਰੀਅਤ ਨਹੀਂ ਹੈ, ਉਹ ਤਾਨਾਸ਼ਾਹੀ ਵੀ ਨਹੀਂ ਹੈ। ਉਹ ਤਾਂ ਤਾਨਾਸ਼ਾਹੀ ਤੋਂ ਵੀ ਜ਼ਾਲਮ ਰਾਜ ਹੈ। ਸੋ ਇਸ ਕਰਕੇ ਆਪਾਂ ਦੋਹਾਂ ਨੂੰ ਫਰਕ ਸਮਝੀਏ। ਜਿਹੜੇ ਰੋਜ਼ ਰੌਲਾ ਪਾਉਂਦੇ ਨੇ, ਮੈਂ ਅੱਜ ਹੀ ਦੇਖ ਰਿਹਾ ਸੀ, ਇਹ ਜਿਹੇ ਬੰਦੇ ਜਿਹੜੇ ਕਹਿੰਦੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਉਹ ਰਲੇ ਹੋਏ ਤਾਂ ਬੀਜੇਪੀ ਨਾਲ ਨੇ। ਜਿਹੜੇ ਰੋਜ਼ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਨੂੰ ਅੱਗ ਲਾਉਣ ਦੀ ਗੱਲ ਕਰਦੇ ਨੇ ਸਿੱਖੀ ਦੇ ਨਾਂ ਦੇ ਉੱਤੇ, ਉਹ ਬੀਜੇਪੀ ਨਾਲ ਰਲੇ ਹੋਏ ਨੇ। ਮੈਨੂੰ ਕੋਈ ਬੰਦਾ ਦੱਸੇ ਵੀ ਬੀਜੇਪੀ ਸਿੱਖੀ ਦੀ ਹਿਤੈਸ਼ੀ ਹੋਵੇ। ਕੋਈ ਇਤਿਹਾਸ ਦੇ ਤੌਰ ਤੇ ਕੱਢ ਕੇ ਦਿਖਾ ਦੇਣਾ, ਪ੍ਰੈਕਟੀਕਲੀ ਕੱਢ ਕੇ ਦਿਖਾ ਦੇਣਾ। ਉਹ ਪੰਜਾਬ ਨੂੰ ਅੱਗ ਲਾਉਣਾ ਹੁੰਦਾ। ਕਿਉਂਕਿ ਜਦੋਂ ਤੁਸੀਂ ਇੱਥੇ ਹੁਣ ਇੱਕ ਦਾ ਤਾਂ ਇਹ ਵੀ ਬਿਆਨ ਆ ਰਿਹਾ ਸੀ, ਜਿਹਨੇ ਇੱਥੇ ਬਰਗਾੜੀ ਕਾਂਡ ਤੇ ਬਹੁਤ ਕੁਝ ਕਰਿਆ ਸੀ, ਉਹਨੂੰ ਸੀਐਮ ਬਣਾ ਰਹੇ ਨੇ। ਕਹਿੰਦੇ ਉਹ ਗੱਲ ਵੱਖਰੀ ਹੈ ਵੀ ਨਹੀਂ ਉਹਨੂੰ ਕੈਂਡੀਡੇਟ ਬਣਾਇਆ, ਬੀਜੇਪੀ ਦਾ ਆ ਰਿਹਾ ਸੀ, ਉਹਨੂੰ ਸੀਐਮ ਦਾ ਕੈਂਡੀਡੇਟ ਬਣਾ ਰਹੇ ਨੇ। ਇੱਕ ਇਹੋ ਜਿਹਾ ਅਦਾਰਾ ਹੈ ਜਿਹਦੇ ਬਾਰੇ ਮਸ਼ਹੂਰ ਹੈ, ਉਹਨਾਂ ਦਾ ਅੱਜ ਵੀ ਕੋਈ ਜੁਆਇਨ ਕਰਿਆ ਬੀਜੇਪੀ ਨੂੰ। ਕੀ ਕਰੋਗੇ ਤੁਸੀਂ? ਜਿਹੜੇ ਬੰਦੇ ਕਹਿੰਦੇ ਨੇ ਕਿ ਅਸੀਂ ਹਿੰਦੂਆਂ ਦੇ ਜਾਂ ਸਿੱਖਾਂ ਦੇ ਜਾਂ ਮਿਨੋਰਟੀਜ਼ ਦੇ ਰਾਖੇ ਹਾਂ, ਉਹ ਤਾਂ ਬੀਜੇਪੀ ਨਾਲ ਰਲੇ ਹੋਏ ਨੇ। ਉਹ ਇੱਕ ਉਮੀਦ ਬਣੀ ਸੀ, ਉਹ ਉਮੀਦ ਹੈ ਰੈਜ਼ਿਸਟੈਂਸ ਮੂਵਮੈਂਟ। ਜਿਹੜੀ ਆਪਾਂ ਆਜ਼ਾਦੀ ਦੀ ਲੜਾਈ ਜਿੱਤੀ ਸੀ, ਉਹ ਸੁਖਵਿੰਦਰ ਜੀ ਰੈਜ਼ਿਸਟੈਂਸ ਮੂਵਮੈਂਟ ਚੋਂ ਜਿੱਤੀ ਸੀ। ਉਹਦੇ ਵਿੱਚ ਇੱਕ ਫਰਕ ਹੋਰ ਸਮਝ ਲਓ। ਜਿਹੜੇ ਸੰਵਿਧਾਨ ਨੂੰ ਇਹ ਭੋਗ ਪਾਉਣਾ ਚਾਹੁੰਦੇ ਨੇ ਅੱਜ, ਇਹ ਭੋਗ ਪਾਉਣ ਦੀ ਗੱਲ ਹੀ ਹੈ ਨਾ, ਪਾਰਲੀਮੈਂਟ ਦੀਆਂ ਚੋਣਾਂ ਤੇ ਫਲਾਣਾ ਕਰਕੇ। ਅਸੀਂ ਇਹ 3 ਸਾਲਾਂ 'ਚ ਸੰਵਿਧਾਨ ਬਣਾ ਲਿਆ ਸੀ। ਪਾਕਿਸਤਾਨ ਤੋਂ ਸੰਵਿਧਾਨ ਹੀ ਨਹੀਂ ਬਣਿਆ ਸੀ, ਉੱਥੇ ਤਾਨਾਸ਼ਾਹੀ ਚੱਲਦੀ ਰਹੀ ਹੈ। ਬਿਲਕੁਲ। ਸਾਡਾ ਸੰਵਿਧਾਨ ਚੰਗਾ ਹੈ, ਮਾੜਾ ਹੈ, ਕਮਜ਼ੋਰ ਹੈ, 100 ਨੁਕਸ ਹੋਣਗੇ, ਹਮੇਸ਼ਾ ਸੋਧ ਹੋ ਸਕਦੀ ਹੁੰਦੀ ਹੈ। ਪਰ ਸਾਡਾ ਸੰਵਿਧਾਨ, ਸਾਡੇ ਆਜ਼ਾਦੀ ਘੁਲਾਟੀਆਂ ਨੇ ਕੁਛ ਨਾ ਕੁਛ ਕਰਿਆ ਸੀ। ਅੱਜ ਸਿੱਖਾਂ ਨੂੰ ਦੋਸ਼ ਦਿੱਤਾ ਜਾ ਰਿਹਾ ਹੈ। ਉਹ ਗੱਲ ਵੱਖਰੀ ਹੈ ਵੀ ਵਾਅਦਾ ਕਰਕੇ ਬੇਈਮਾਨ ਹੋ ਗਈ ਭਾਰਤ ਸਰਕਾਰ। ਸਿੱਖਾਂ ਨੇ ਕਿਹੜੀ ਗਲਤੀ ਕਰ ਲਈ ਜੇ ਕਹਿਤਾ ਵੀ ਕੋਈ ਗੱਲ ਨਹੀਂ, ਅਸੀਂ ਵੱਖਰਾ ਉਹ ਨਹੀਂ ਮੰਗਦੇ ਦੇਸ਼, ਅਸੀਂ ਤੁਹਾਡੇ ਨਾਲ ਹੀ ਹਾਂ, ਪਰ ਸਾਨੂੰ ਥੋੜ੍ਹੀ ਜਿਹੀ ਆਜ਼ਾਦੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਉਹ ਦੇਸ਼ ਭਗਤੀ ਸੀ ਬਹੁਤ ਵੱਡੀ। ਉਸ ਦੇਸ਼ ਭਗਤੀ ਦਾ ਸਿਲਾ ਸਾਨੂੰ ਇਹ ਦਿੱਤਾ ਗਿਆ ਵੀ ਸਾਡੀ ਬੋਡੀ ਦੇ ਉੱਤੇ ਵੀ ਹਮਲਾ ਕਰਤਾ। ਔਰ ਜਿਨ੍ਹਾਂ ਨੇ ਹਮਲਾ ਕਰਿਆ ਉਹਨਾਂ ਦੇ ਨਾਲ ਉਹ ਲੋਕ ਰਲ ਰਹੇ ਨੇ ਜਿਹੜੇ ਉਹਨਾਂ ਦੇਸ਼ ਭਗਤਾਂ ਨੂੰ ਗਾਲਾਂ ਕੱਢਦੇ ਨੇ, ਜਿਹੜੇ ਉਹਨਾਂ ਨੂੰ ਕਹਿੰਦੇ ਉਹ ਗਦਾਰ ਨੇ। ਬਿਲਕੁਲ। ਆਪਾਂ ਇਹ ਗੱਲ ਸਮਝੀਏ, ਅੱਜ ਪਾਰਲੀਮੈਂਟ ਦਾ ਤੇ ਅਸੈਂਬਲੀਆਂ ਦੀ ਚੋਣ ਇਕੱਠੇ ਕਰਾਉਣ ਦੀ ਗੱਲ ਕਰਨੀ, ਇਹ ਨਾ ਸੰਵਿਧਾਨ ਦੇ ਹੱਕ 'ਚ ਹੈ, ਇਹ ਸੰਵਿਧਾਨ ਦੇ ਉਲਟਾ ਹੈ, ਇਹ ਡੈਮੋਕ੍ਰੇਸੀ ਦੇ ਉਲਟਾ ਹੈ, ਇਹ ਸਾਡੀ ਪ੍ਰਜਾਤੰਤਰ ਦੇ ਉਲਟਾ ਹੈ, ਇਹ ਸਾਡੀ ਚੋਣ ਪ੍ਰਣਾਲੀ ਦੇ ਉਲਟਾ ਹੈ, ਇਹ ਸਾਡੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਉਲਟਾ ਹੈ। ਦੂਜੀ ਗੱਲ ਇਹ ਵਿਹਾਰਕ ਵੀ ਨਹੀਂ ਹੈ, ਕਿਉਂਕਿ ਸਰਕਾਰਾਂ ਰੋਜ਼ ਟੁੱਟੀਆਂ ਨੇ। ਇਹ ਖੁਦ ਹੀ ਬੀਜੇਪੀ ਖੁਦ ਖਰੀਦ ਕੇ ਐਮਐਲਏ ਸਰਕਾਰਾਂ ਤੋੜਦੀ ਹੈ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਹੈ ਕਿ ਇੱਕ ਦੇਸ਼ ਇੱਕ ਚੋਣ ਦੇ ਨਾਅਰੇ ਲਾਏ ਜਾ ਰਹੇ ਨੇ, ਅਖੰਡ ਭਾਰਤ ਦੀਆਂ ਗੱਲਾਂ ਹੁੰਦੀਆਂ ਨੇ, ਪਰ ਕੋਈ ਵੀ ਇਸ ਪਾਸੇ ਵੱਲ ਮੂੰਹ ਖੋਲਣ ਨੂੰ ਤਿਆਰ ਨਹੀਂ ਕਿ ਸਾਡੇ ਭਾਰਤ ਦੇ ਪਾਕਿਸਤਾਨ ਨਾਲ ਸੰਬੰਧਾਂ 'ਚ ਕੁੜੱਤਣ ਕਿਵੇਂ ਖਤਮ ਹੋਵੇ। ਨਾ ਕੋਈ ਚੀਨ ਦੇ ਮਸਲੇ ਦੇ ਉੱਤੇ ਬੀਜੇਪੀ ਦੇ ਵਿੱਚੋਂ, ਕੇਂਦਰ ਦੇ ਵਿੱਚੋਂ ਉੱਠ ਕੇ ਕਹਿੰਦਾ ਕਿ ਅਸੀਂ ਕਿਸ ਤਰ੍ਹਾਂ ਮਸਲੇ ਨੂੰ ਸੁਲਝਾਵਾਂਗੇ, ਨਾ ਕੋਈ ਜੰਮੂ ਕਸ਼ਮੀਰ ਵਾਲੇ ਮਸਲੇ ਨੂੰ ਸੁਲਝਾਉਣ ਦੇ ਸਿਰਫ ਲਾਰੇ ਕਿਹਾ ਜਾਂਦਾ ਹੈ ਕਿ ਹੱਦਬੰਦੀ ਬਸ ਹੋ ਜਾਣੀ ਹੈ, ਚੋਣਾਂ ਹੋ ਜਾਣੀਆਂ। ਇਹਨਾਂ ਮਸਲਿਆਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਬਸ ਲੋਕਾਂ ਨੂੰ ਸਬਜ਼ ਬਾਗ, ਇੱਕ ਦੇਸ਼ ਇੱਕ ਚੋਣ ਨਾਰਾ ਦੇ ਕੇ ਉਸ ਦੇ ਉੱਤੇ ਫਿਰ ਸਿਆਸਤ ਚਮਕਾਉਣੀ। ਬਿਲਕੁਲ ਠੀਕ ਹੈ ਤੁਸੀਂ ਸੁਖਿੰਦਰ ਜੀ। ਨਾਰਾ ਹੀ ਇਸ ਕਰਕੇ ਦਿੱਤਾ ਜਾ ਰਿਹਾ ਵੀ ਚੀਨ ਦੇ ਤਾਂ ਅਸੀਂ ਗੋਡੇ ਟੇਕ ਰੱਖੇ ਨੇ। ਚੀਨ ਜੋ ਕੁਝ ਕਰੀ ਜਾਂਦਾ ਹੈ ਉਹਨੂੰ ਨਹੀਂ ਜੀ। ਪਹਿਲਾਂ ਇੱਥੇ ਬਿਆਨ ਦਿੱਤਾ ਇਹਨਾਂ ਨੇ ਪਾਰਲੀਮੈਂਟ 'ਚ ਵੀ ਸਾਡਾ ਤਾਂ ਕੋਈ ਏਰੀਆ ਉਹਨਾਂ ਨੇ ਨੱਪਿਆ ਹੀ ਨਹੀਂ। ਜੇ ਨੱਪਿਆ ਨਹੀਂ ਸੀ ਫਿਰ ਤੁਸੀਂ ਪੈਟਰੋਲ, ਫਿਰ ਤੁਹਾਡਾ ਮੀਟਿੰਗਾਂ ਕਾਹਦੀਆਂ ਹੋ ਰਹੀਆਂ ਸੀ, ਫਿਰ ਲੜਾਈ ਕਾਹਦੀ ਹੋ ਰਹੀ ਸੀ। ਇੱਦਾਂ ਹੀ ਪਾਕਿਸਤਾਨ ਤੇ ਜਿੱਦੇ ਦਿਲ ਕਰਦਾ ਕਹਿੰਦੇ ਸਾਡਾ ਪਾਕਿਸਤਾਨ ਦੁਸ਼ਮਣ ਹੈ, ਜਿੱਦੇ ਦਿਲ ਕਹਿੰਦਾ ਉਹਦੇ ਮੋਦੀ ਜੀ ਜਾ ਕੇ ਉੱਥੇ ਬਿਰਿਆਨੀ ਖਾਣ ਚਲੇ ਜਾਂਦੇ ਨੇ। ਉਹ ਦੱਸਦੇ ਵੀ ਨਹੀਂ ਕਿਸੇ ਨੂੰ, ਉਹਦੇ ਉਹਨਾਂ ਨੂੰ ਕੋਈ ਖਤਰਾ ਵੀ ਨਹੀਂ ਹੁੰਦਾ। ਸੋ ਇਸ ਕਰਕੇ ਸਾਡੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਹੈ। ਸਾਨੂੰ ਆਲੇ ਦੁਆਲੇ ਦੇ ਦੇਸ਼ਾਂ ਨਾਲ ਕੀ ਹੁੰਦਾ ਹੈ, ਤੁਸੀਂ ਸਕੇ ਭਰਾ ਵੀ ਹੋਵੋ ਤੇ ਇਹਦਾ ਮਤਲਬ ਥੋੜਾ ਤੁਹਾਡਾ ਭਰਾ ਤੁਹਾਡੀ ਜ਼ਮੀਨ ਦੱਬ ਲੇ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਭਰਾ ਨਾਲ ਰੋਜ਼ ਡੰਡਕਾਈ ਖੜਕਾਈ ਜਾਓ, ਉਹਦਾ ਜਵਾਕ ਆ ਗਿਆ ਤੁਹਾਡੇ ਕੰਨੀ ਪਰ ਚਾਂਸ ਤੁਸੀਂ ਫੜ ਕੇ ਉਹਦਾ ਗਲਾ ਕੱਟ ਦੋ। ਇਹਦਾ ਮਤਲਬ ਇਹ ਵੀ ਨਹੀਂ ਹੈ। ਇਹਦਾ ਮਤਲਬ ਹੁੰਦਾ ਸਹਿ ਹੋਂਦ।
ਪੰਚਸ਼ੀਲ ਦਾ ਸਾਡਾ ਸਿਧਾਂਤ ਸੀ। ਇਹਨਾਂ ਵਿਚਾਰਿਆਂ ਨੇ ਤਾਂ ਪੰਚਸ਼ੀਲ ਕਦੇ ਪੜ੍ਹੀ ਨਹੀਂ। ਇਹਨੂੰ ਤਾਂ ਨਹਿਰੂ, ਗਾਂਧੀ, ਸਰਦਾਰ ਪਟੇਲ, ਈਵਨ ਸੁਭਾਸ਼ ਚੰਦਰ ਬੋਸ, ਇਹਨਾਂ ਨੇ ਨਹੀਂ ਇਤਿਹਾਸ ਪੜ੍ਹਿਆ। ਇਹਨਾਂ ਨੂੰ ਇਤਿਹਾਸ ਆਉਂਦਾ ਹੀ ਨਹੀਂ। ਮੈਂ ਕਹਿਣ ਨੂੰ ਤਿਆਰ ਹਾਂ ਜ਼ਿੰਮੇਵਾਰੀ ਨਾਲ, ਇਹ ਪੜ੍ਹਦੇ ਨਹੀਂ, ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ, ਜੇ ਤਾਂ ਬੰਦੇ ਨੂੰ ਗਿਆਨ ਨਾ ਹੋਵੇ ਉਹਨੂੰ ਤਾਂ ਫੇਰ ਵੀ ਗਿਆਨ ਦਿੱਤਾ ਜਾ ਸਕਦਾ। ਜਿਹੜੇ ਜਾਣ ਬੁੱਝ ਕੇ ਮਚਲਾ ਬਣੇ, ਇਹਨਾਂ ਨੂੰ ਪਤਾ ਵੀ ਅਸੀਂ ਇਹ ਨਹੀਂ ਪੜ੍ਹਨਾ, ਇਹਨਾਂ ਨੂੰ ਪਤਾ ਅਸੀਂ ਨਹੀਂ ਦੱਸਣਾ ਲੋਕਾਂ ਨੂੰ ਵੀ ਆਜ਼ਾਦੀ ਦੀ ਲੜਾਈ ਕੀ, ਕਿਉਂਕਿ ਆਪ ਤਾਂ ਇਹ ਉੱਥੇ ਅੰਗਰੇਜ਼ਾਂ ਦੇ ਪਿੱਛੂ ਰਹੇ ਨੇ। ਜਿਹੜੇ ਬੰਦੇ ਅੰਗਰੇਜ਼ਾਂ ਦੇ ਪਿੱਛੂ ਰਹੇ ਨੇ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦਾ ਕਤਲ ਕਰਾਇਆ, ਜਿਨ੍ਹਾਂ ਨੇ ਵਿਨਾਇਕ ਦਮੋਦਰ ਸਵਰਕਰ, ਜਿਹੜੇ ਪਹਿਲਾਂ ਕਾਫੀ ਆਜ਼ਾਦੀ ਘੁਲਾਟੀਏ ਸੀਗੇ, ਉਸੇ ਕਰਕੇ ਉਹਨਾਂ ਨੂੰ ਜੀਵਨ ਕਾਰਾਵਾਸ ਹੋਇਆ ਸੀ। ਪਰ ਉਸ ਤੋਂ ਬਾਅਦ ਉਹ ਥਿੜਕ ਗਏ। ਜਦ ਉਹ ਥਿੜਕ ਗਏ, ਉਹਨਾਂ ਨੇ ਕਿੰਨੇ ਵਾਰੀ ਮਾਫੀਆਂ ਮੰਗੀਆਂ, ਉਹਨਾਂ ਦੇ ਇਹਨਾਂ ਨੇ ਬੁੱਤ ਲਾਏ ਨੇ, ਔਰ ਸਾਡੇ ਸਾਰੇ ਨਾਮ ਉੱਤੋਂ ਮਿਟਾਤੇ। ਜਿਹੜੇ ਇਤਿਹਾਸ ਮਿਟਾ ਕੇ ਗੱਲ ਕਰਨਾ ਚਾਹੁੰਦੇ ਨੇ, ਬਿਨਾਂ ਨਵਾਂ ਇਤਿਹਾਸ ਸਿਰਜੇ, ਉਹਨਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਵੀ ਉਹ ਦੂਜੇ, ਉਹ ਤਾਂ ਦੂਜੇ ਦੇਸ਼ਾਂ ਦਾ ਤਾਂ ਡਰਾਵਾ ਦਿੰਦੇ ਨੇ। ਇਹ ਜਿਹੜਾ ਇੱਕ ਪਾਰਲੀਮੈਂਟ ਹੈ, ਇੱਕ ਪਾਰਲੀਮੈਂਟ ਐ ਨਾ ਸੋਚੋ ਵੀ ਇੱਕ ਚੋਣਾਂ ਦੀ ਗੱਲ ਹੈ। ਇਹ ਹੈ ਵੀ ਮਿਨੋਰਟੀ ਨੂੰ ਅਸੀਂ ਚੇਪੀ ਲਾਉਣੀ ਹੈ। ਤੁਸੀਂ ਮਿਨੋਰਟੀ ਬਣ ਕਿਵੇਂ ਜਾਓਗੇ? ਇਹ ਤਾਂ ਇੱਕ ਹੈ। ਤੁਸੀਂ ਆਪਣੀ ਬੋਡੀ, ਰਿਲੀਜੀਅਸ ਮਿਨੋਰਟੀਜ਼, ਲਿੰਗੁਇਸਟਿਕ ਮਿਨੋਰਟੀਜ਼, ਭਾਸ਼ਾਈ ਘੱਟ ਗਿਣਤੀਆਂ, ਧਾਰਮਿਕ ਘੱਟ ਗਿਣਤੀਆਂ ਵਾਸਤੇ ਸੰਵਿਧਾਨ ਦੇ ਵਿੱਚ ਆਰਟੀਕਲ 25, 26, 29, 30 ਇਹਨਾਂ ਦੀ ਰੱਖਿਆ ਵਾਸਤੇ ਬਣੇ ਹੋਏ ਨੇ। ਇਹ ਉਹਨੂੰ ਤੋੜਨਾ ਚਾਹੁੰਦੇ ਨੇ, ਇੱਕ ਵੋਟ, ਇੱਕ ਰਾਜ, ਇੱਕ ਚੋਣ ਕਰਕੇ। ਸੋ ਇਸ ਕਰਕੇ ਇਹ ਵੱਡਾ ਹਮਲਾ ਹੈ। ਇਹ ਵੱਡਾ ਹਮਲਾ ਹੈ ਸਾਡੀ ਸੰਸਕ੍ਰਿਤੀ 'ਤੇ, ਸਾਡੇ ਸੱਭਿਆਚਾਰ 'ਤੇ, ਸਾਡੀ ਆਜ਼ਾਦੀ ਦੀ ਲੜਾਈ 'ਤੇ। ਇਹ ਮਿਨੋਰਟੀਜ਼ ਨੂੰ, ਕਿਉਂਕਿ ਮਿਨੋਰਟੀਜ਼ ਨੂੰ ਇਹ ਨਾਲ ਲੈ ਲੈਂਦੇ ਨੇ। ਮਿਨੋਰਟੀਜ਼ ਦੇ ਵੀ, ਮਿਨੋਰਟੀਜ਼ ਦੇ ਕੀ ਬਕਾਊ ਨਹੀਂ ਹੁੰਦੇ ਬੰਦੇ। ਚੰਨਨ ਸਿੰਘ ਕੌਣ ਸੀ? ਹੋਰ ਕਿੰਨੇ ਸੀਗੇ ਜਿਹੜੇ, ਜਿਨ੍ਹਾਂ ਦੇ, ਗੋਪਾਲ ਸਿੰਘ ਕੌਣ ਸੀ? ਸੋ ਇਸ ਕਰਕੇ ਇਹ ਕੋਈ ਭੇਖ ਦੇ ਨਾਲ ਨਾ ਮੰਨੋ। ਸਾਡੇ ਦੁਖਾਂਤ ਕਿੱਥੇ ਬਣਾਤਾ ਇਹਨਾਂ ਨੇ? ਭੇਖ। ਜਿਹਨੇ ਭੇਖ ਧਾਰ ਲਿਆ, ਜਿਹਨੇ ਸਿੱਖਾਂ ਦੇ ਕੱਪੜੇ ਪਾਲੇ, ਉਹ ਕਹਿੰਦੇ ਸਿੱਖਾ ਜੀ, ਇਹਦੇ ਵਰਗਾ ਤਾਂ ਸਿੱਖੀ ਕੋਈ ਨਹੀਂ। ਜਿਹਨੇ ਹਿੰਦੂਆਂ ਦੇ ਕੋਈ ਤਿਲਕ ਲਾ ਲਿਆ, ਚਾਹੇ ਝੂਠਾ ਹੀ ਲਾ ਲਿਆ ਹੋਵੇ, ਉਹ ਕਹਿੰਦੇ ਇਹਦੇ ਵਰਗਾ ਪੰਡਿਤ ਕੋਈ ਨਹੀਂ, ਮਹਾ ਪੰਡਿਤ ਕੋਈ ਨਹੀਂ। ਸੋ ਸਾਡੇ ਹਾਲ ਕੀ ਹੋ ਗਿਆ? ਸਾਨੂੰ ਆਉਂਦਾ ਕੁਛ ਹੈ ਨਹੀਂ। ਕਹਿੰਦੇ ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣ। ਇਹ ਅੰਧੇ ਆਗੂ ਨੇ ਸਾਡੇ। ਆਪ ਨੂੰ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ। ਇਹ ਆਪ ਤਾਂ, ਇਹਨਾਂ ਨੂੰ ਕੁਝ ਪਤਾ ਨਹੀਂ ਹੈ। ਇਹ ਲੋਕਾਂ ਨੂੰ ਦੱਸਦੇ ਨੇ ਜਾ ਕੇ। ਇਹਨਾਂ ਨੂੰ ਪੁੱਛ ਲਓ ਤੁਸੀਂ, ਜਿੰਨੇ ਐਮਐਲਏ, ਜਿੰਨੇ ਪੜ੍ਹੇ ਲਿਖੇ, ਤੁਸੀਂ ਕਹਿੰਦੇ ਹੋ ਬੜਾ ਲੋਕ ਕਹਿੰਦੇ ਨੇ ਪੜ੍ਹੇ ਲਿਖੇ ਆਏ ਹੁੰਦੇ ਨੇ, ਜਿੰਨੇ ਪੜ੍ਹੇ ਲਿਖੇ ਜੋ ਕੁਛ ਅੱਜ ਕੰਟੈਸਟ ਕਰ ਰਹੇ ਨੇ ਚੋਣਾਂ। ਹੁਣ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਸੀ, ਉਹਨਾਂ ਨੇ ਇਸ ਦੇ ਉੱਤੇ ਰਿਐਕਟ ਕਿਉਂ ਨਹੀਂ ਕਰਿਆ? ਬਿਲਕੁਲ ਵੱਡਾ ਮਸਲਾ ਹੈ ਨਾ, ਚੋਣਾਂ ਦੇ ਮਾਮਲੇ ਨਾਲ ਜੁੜਿਆ ਹੋਇਆ ਮਸਲਾ ਹੈ ਨਾ। ਉਹਨਾਂ ਨੇ ਰਿਐਕਟ ਕਿਉਂ ਨਹੀਂ ਕਰਿਆ, ਬਿਆਨ ਕਿਉਂ ਨਹੀਂ ਦਿੱਤੇ? ਕਿਉਂਕਿ ਆਪਦੇ ਉਸ 'ਚ ਲੜੇ ਹੋਏ ਨੇ। ਉਹ ਤਾਂ ਕਹਿੰਦੇ ਆਪਾਂ ਅਸੈਂਬਲੀ 'ਚ ਬਹਿ ਜਾਈਏ, ਪੈਨਸ਼ਨ ਪੁਨਸ਼ਨ ਮਿਲ ਜੂ, ਜਾਂ ਸਾਰੀ ਉਮਰ ਜੀ ਆਪਾਂ ਰਹਿਣਾ ਕੀ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਇਹ ਕਿਵੇਂ ਹੋ ਸਕਦਾ ਹੈ ਵੀ ਕੋਈ ਡਾਕਟਰ ਮਰੀਜ਼ ਨੂੰ ਕਹੇ ਮੈਂ ਤੈਨੂੰ ਮਾਰਨਾ ਹੈ ਤੇ ਤਾਂ ਪੈਸੇ ਕਮਾਉਣੇ ਨੇ? ਉਹ ਤਾਂ ਕਹੋ ਮੈਂ ਤਾਂ ਤੇਰਾ ਫਾਇਦਾ ਕਰਨਾ ਯਾਰ, ਹੋਰ ਕੋਈ ਕਰਦਾ ਨਹੀਂ, ਤੂੰ ਮੇਰੇ ਕੋਲ ਆ। ਉਹ ਤਾਂ ਗਾਹਕ ਲੱਭਦੇ ਨੇ। ਸੋ ਕਿਉਂਕਿ ਉਹ ਗਾਹਕ ਲੱਭਦਾ ਹੈ, ਇਸ ਕਰਕੇ ਉਹਦੀ ਅਸਲੀ ਗੱਲ ਨਹੀਂ ਸੁਣੇਗਾ। ਉਹਦੀ ਅਸਲੀ ਗੱਲ ਇੱਕ ਹੈਰਾਨਗੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਤੇ ਨੋਟਿਸ ਨਹੀਂ ਲਿਆ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਇਹੋ ਜਿਹੀ ਗੱਲ ਕਰਨ, ਗੈਰ ਸੰਵਿਧਾਨਕ ਉਹ ਵੀ। ਦੇਖੋ ਗੱਲ ਇਹ ਹੈ ਵੀ ਸੰਵਿਧਾਨਕ ਦਾ ਜਿੱਥੋਂ ਤੱਕ ਸਵਾਲ ਹੈ, ਸੁਪਰੀਮ ਕੋਰਟ ਇਦਾਂ ਨੋਟਿਸ ਨਹੀਂ ਲੈਂਦੀ, ਨਾ ਹੀ ਲੈਣਾ ਚਾਹੀਦਾ ਹੈ। ਮਾਨਯੋਗ ਸੁਪਰੀਮ ਕੋਰਟ ਨੇ ਨਹੀਂ ਸਰਕਾਰ ਨੂੰ ਚਲਾਉਣਾ। ਕੋਈ ਉੱਥੇ ਪਟੀਸ਼ਨ ਪਾਵੇਗਾ, ਜਿਵੇਂ ਆਪਾਂ ਪਿਛਲੀ ਵਾਰੀ ਡਿਸਕਸ ਸ਼ਾਇਦ ਕਰਿਆ ਸੀ ਤੁਹਾਡੇ ਨਾਲ ਹੀ, ਫ੍ਰੀ ਵੀਜ਼ ਵਾਲਾ, ਜਿਹੜਾ ਕਹਿੰਦੇ ਸੀ, ਕਿਹੜਾ ਤੁਹਾਡੇ ਨਾਲ ਕਰਿਆ ਸੀ, ਕਿੱਥੇ ਕਰਿਆ ਸੀ, ਮੈਂ ਕਿੱਥੇ ਕਰ ਰਿਹਾ ਸੀ, ਵੀ ਜਿਹੜਾ ਕਹਿੰਦੇ ਮੁਫਤ ਦੇ। ਇਹ ਜਿਹੜਾ ਹੈਗਾ ਪਟੀਸ਼ਨ ਜਾਂਦੇ ਰਹਿੰਦੇ ਨੇ ਸੁਪਰੀਮ ਕੋਰਟਾਂ 'ਚ। SR ਬੰਬਈ ਕੇਸ ਹੈ, ਬੜਾ ਮਸ਼ਹੂਰ ਕੇਸ ਹੈ, ਜਿਹਦੇ ਵਿੱਚ ਵੀ ਤੁਸੀਂ ਸਰਕਾਰ ਤੋੜ ਸਕਦੇ ਹੋ ਜਾਂ ਨਹੀਂ, ਸੂਬੇ ਦੀ ਸਰਕਾਰ ਕਿੰਨਾ ਹਾਲਤਾਂ 'ਚ ਤੋੜੀ ਜਾ ਸਕਦੀ ਹੈ। ਸੋ ਜਦ ਕੋਈ ਸੁਪਰੀਮ ਕੋਰਟ ਦੇ ਸਾਹਮਣੇ ਮਾਮਲਾ ਜਾਂਦਾ ਹੈ, ਸੁਪਰੀਮ ਕੋਰਟ ਉਦੋਂ ਲੈਂਦੀ ਹੈ, ਸੂਓ ਮੋਟੋ ਨੋਟਿਸ ਉਦੋਂ ਲਈਦਾ ਹੈ ਜਦ ਬਹੁਤ ਵੱਡੀ ਹੈ, ਜਿੱਦਾਂ ਬਿਆਨਬਾਜ਼ੀ ਹੈ। ਬਿਆਨਬਾਜ਼ੀ ਤੇ ਸੁਪਰੀਮ ਕੋਰਟ ਕਿਉਂ ਨੋਟਿਸ ਲਏਗੀ? ਐਂ ਤਾਂ ਫਿਰ ਰੋਜ਼ ਹੀ ਸੁਪਰੀਮ ਕੋਰਟ ਨੋਟਿਸ ਲੈਂਦੀ ਰਹੇ, ਫਿਰ ਤਾਂ ਸੁਪਰੀਮ ਕੋਰਟ ਨੂੰ ਹੋਰ ਕੋਈ ਕੰਮ ਹੀ ਨਾ ਰਿਹਾ, ਫਿਰ ਤਾਂ ਦਖਲਅੰਦਾਜ਼ੀ ਹੋ ਜੂਗੀ। ਬਲਕਿ ਮੈਂ ਕਹਾਂਗਾ, ਜੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਰੋਜ਼ ਇੱਦਾਂ ਨੋਟਿਸ ਲੈਣ ਲੱਗ ਜੇ ਤਾਂ ਵੀ ਸਾਡੀ ਪ੍ਰਣਾਲੀ ਟੁੱਟੇਗੀ। ਸਾਡੀ ਪ੍ਰਣਾਲੀ 'ਚ ਇੱਕ ਸੰਤੁਲਨ ਹੈ। ਤੁਸੀਂ ਰੋਜ਼ ਹੀ ਜਵਾਕ ਨੂੰ ਪੁੱਛਣ ਲੱਗ ਜੇ ਤੇਰੇ ਝੋਲੇ 'ਚ ਕੀ ਹੈ, ਤੇਰੀਆਂ ਕਿਤਾਬਾਂ ਕਿੱਥੇ ਨੇ, ਤੂੰ ਆਹ ਕਾਗਜ਼ ਕਿਵੇਂ ਚੜਾਇਆ, ਤੂੰ ਫਲਾਣੇ ਬੰਦੇ ਨਾਲ ਚਾਹ ਕਿਵੇਂ ਪੀਤੀ ਹੈ। ਤੁਸੀਂ ਦੇਖ ਲਿਆ ਵੀ ਕਿਸੇ ਬੱਚੇ ਨਾਲ ਬੈਠਾ ਚਾਹ ਪੀ ਰਿਹਾ, ਤੁਸੀਂ ਉਹਨੂੰ ਪਾਲਣ ਕਰ ਲਓ। ਐ ਨਹੀਂ ਹੁੰਦਾ। ਸਿਸਟਮ ਦੇ ਵਿੱਚ ਇੱਕ ਸੰਤੁਲਨ ਹੈ। ਉਹ ਸੰਤੁਲਨ ਮੈਂ ਕਹਾਂਗਾ ਮਾਨਯੋਗ ਸੁਪਰੀਮ ਕੋਰਟ ਬੜੀ ਤਹਮਲ ਨਾਲ ਕੰਮ ਕਰ ਰਹੀ ਹੈ। ਮੈਂ ਤਾਂ ਕਹਾਂਗਾ, ਮੈਨੂੰ ਜੇ ਉਮੀਦ ਦੋ ਗੱਲਾਂ ਤੋਂ ਪੂਰੇ ਮੁਲਕ 'ਚ ਅੱਜ ਉਮੀਦ ਉੱਠੀ ਸੀ, ਉਹਨਾਂ 'ਚੋਂ ਇੱਕ ਸੰਯੁਕਤ ਕਿਸਾਨ ਮੋਰਚੇ ਤੋਂ, ਕਿ ਇੱਕ ਰਜਿਸਟੈਂਸ ਦੀ ਮੂਵਮੈਂਟ ਲਾਗੂ ਕਰ ਰਿਹਾ ਹੈ, ਜਿਹਦੇ ਵਿੱਚ ਲੋਕਾਂ ਨੂੰ ਅਕਲ ਆਏਗੀ, ਲੋਕਾਂ ਦਾ ਸੋਚ ਦਾ ਤਰੀਕਾ ਬਦਲਿਆ ਸੀ। ਲੋਕ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੀ ਬਜਾਏ ਇਨਸਾਨ ਦੇ ਤੌਰ ਤੇ ਸੋਚਣ ਲੱਗੇ ਸੀ। ਦੂਜੀ ਸੁਪਰੀਮ ਕੋਰਟ ਵੀ ਚੰਗਾ ਦੇਖਾਂਗੇ ਜੇ ਤੁਸੀਂ ਗਲਤ ਕਰੋਗੇ। ਇਹ ਦੋਨਾਂ ਤੋਂ ਉਮੀਦ ਅੱਜ ਹੋਰ ਕੋਈ ਹੈ ਨਹੀਂ ਉਮੀਦ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।
ਸੋ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਵੀ ਡਾਕਟਰ ਸਾਹਿਬ ਨੇ ਸਾਨੂੰ ਸਮਾਂ ਦਿੱਤਾ। ਸ਼ੁਕਰਗੁਜ਼ਾਰ ਹਾਂ ਅਸੀਂ ਇਹਨਾਂ ਦੇ। ਜਲਦ ਤੋਂ ਜਲਦ ਸਿਹਤਯਾਬ ਹੋਣ। ਅਗਲੀ ਵਾਰੀ ਫੇਰ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਇਹ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਕਿਉਂਕਿ ਸਰਕਾਰਾਂ ਜਿਹੜੀਆਂ ਉਹ ਅੱਜ ਇੱਕ ਦੇਸ਼, ਇੱਕ ਚੋਣ ਦੀ ਗੱਲ ਕਰਦੀਆਂ, ਕੱਲ ਨੂੰ ਇੱਕ ਜਾਤ, ਇੱਕ ਧਰਮ, ਇਸੇ ਢੰਗ ਦੇ ਨਾਲ ਜੇ ਅੱਗੇ ਵੱਧਦੀਆਂ ਗਈਆਂ ਤਾਂ ਤੁਹਾਡੇ ਹੱਕਾਂ ਦੀ ਗੱਲ ਕੌਣ ਕਰੇ।